ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਦਾਤੂ ਕਰ ਜੋਰ ਕਹਿਤ ਭਾ, ਆਪ ਸੁਨਹੁ ਮੇਰੋ ਬਿਰਤੰਤ। ਹਤ ਹੰਕਾਰ ਭਇਓ ਮੈਂ ਜੈਸੋ, ਆਰ ਤੁਮਰੋ ਆਗਮ ਚਿਤਵੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਤ ਆਵੈ ਧਾਇ। ਸਭ ਥਾਈ ਹੋਏ ਸਹਾਇ। ਐਸੇ ਦੀਨ ਦਇਆਲ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਛਤਰ ਤਖਤ ਦੇ ਮਾਲਕ ਆਵਾਜ਼ ਇਹ ਸ਼ਬਦ ਹਸਤੀ ਹੈ ਮੁਕੱਦਸ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਉੱਤਮ ਭਾਗ ਹਨ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਆਤਮਿਕ ਲਾਹਾ ਪ੍ਰਾਪਤ ਕਰਦੇ ਹੋ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਬਾਬਾ ਮੋਹਰੀ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ, ਸਤਿਗੁਰੂ ਪਾਤਸ਼ਾਹ ਮਨ ਨਹੀਂ ਚਾਹੁੰਦਾ ਕਿ ਤੁਸੀਂ ਗੋਇੰਦਵਾਲ ਸਾਹਿਬ ਨੂੰ ਛੱਡ ਕੇ ਜਾਵੋ, ਆਪ ਜੀ ਇੱਥੇ ਹੀ ਰਹੋ, ਇੱਥੇ ਹੀ ਬੇਅੰਤ ਸੰਗਤਾਂ ਆਉਣਗੀਆਂ, ਆਪ ਜੀ ਦੇ ਦਰਸ਼ਨ ਕਰਨਗੀਆਂ, ਅਸੀਂ ਵੀ ਸਾਰੇ ਆਪ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੁਕਮ ਹੈ, ਜੋ ਉਹਨਾਂ ਦਾ ਬਚਨ ਹੈ, ਉਹਨੂੰ ਟਾਲਿਆ ਨਹੀਂ ਜਾ ਸਕਦਾ। ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਅਸਥਾਨ ਪਾਵਨ ਹਰਿਮੰਦਰ ਸਾਹਿਬ ਤਿਆਰ ਕਰਨ ਦੀ ਸੇਵਾ ਉਹਨਾਂ ਨੇ ਸੌਂਪੀ ਹੈ,
ਇਸ ਕਰਕੇ ਸਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣਾ ਉਚਿਤ ਬਣਦਾ ਹੈ। ਬਾਕੀ ਜਿਵੇਂ ਆਪ ਜੀ ਦੀ ਮਰਜ਼ੀ ਹੋਵੇਗੀ। ਬਾਬਾ ਮੋਹਰੀ ਜੀ ਨੇ ਵੀ ਜਾਣਿਆ ਕਿ ਉਹ ਸੇਵਾ ਜੋ ਗੁਰੂ ਪਿਤਾ ਵੱਲੋਂ ਸ਼ੁਰੂ ਕਰਵਾਈ ਗਈ ਹੈ ਉਹ ਬਹੁਤ ਜ਼ਰੂਰੀ ਹੈ। ਫਿਰ ਬੇਨਤੀ ਕਰਕੇ ਕਿਹਾ ਕਿ 3 ਦਿਨ ਦਾ ਸਮਾਂ ਸਾਡੇ ਕੋਲ ਰੁਕ ਜਾਵੋ। ਸਤਿਗੁਰੂ ਜੀ 3 ਦਿਨ ਉੱਥੇ ਰੁਕੇ ਹਨ। ਸਾਰਾ ਪਰਿਵਾਰ ਹੋਰ ਬੇਅੰਤ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਸੁਖ ਪ੍ਰਾਪਤ ਕਰਦੀਆਂ ਨੇ। ਬਹੁਤ ਸਾਰੀਆਂ ਆਪਸ ਦੇ ਵਿੱਚ ਮਿਲ ਬੈਠ ਕੇ ਵਿਚਾਰਾਂ ਕਰਦੇ। 3 ਦਿਨ ਦਾ ਸਮਾਂ ਬਤੀਤ ਹੋ ਗਿਆ ਤੇ ਹੁਣ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਪ ਜੀ ਹੁਣ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਦੀ ਆਗਿਆ ਦੇਵੋ। ਹੁਣ ਚੱਲ ਕੇ ਸਾਰਿਆਂ ਨੂੰ ਮਿਲ ਕੇ ਚੁਬਾਰਾ ਸਾਹਿਬ ਵਾਲੇ ਸਥਾਨ ਤੇ ਪਹੁੰਚੇ ਨੇ। ਇੱਥੇ ਹੀ ਇੱਕ ਬਾਬਾ ਮੋਹਰੀ ਜੀ ਨੂੰ ਕਹਿ ਕੇ ਪਾਲਕੀ ਮੰਗਵਾਈ। ਗੁਰਬਾਣੀ ਦਾ ਅਦਬ ਸਤਿਕਾਰ ਜਾਣਦਿਆਂ ਹੋਇਆਂ ਉਹ ਗੁਰਬਾਣੀ ਦੀਆਂ ਪੋਥੀਆਂ ਪਾਲਕੀ ਸਭ ਦੇ ਵੀ ਸੁਸ਼ੋਭਿਤ ਕੀਤੀਆਂ ਗਈਆਂ। ਗੁਰੂ ਕਿਆਂ ਸਿੱਖਾਂ ਨੇ ਪਾਲਕੀ ਸਾਹਿਬ ਮੋਢੇ ਤੇ ਚੁੱਕ ਲਈ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੰਗੀ ਪੈਰੀਂ ਪਿੱਛੇ ਤੁਰੇ ਜਾ ਰਹੇ ਨੇ। ਬਾਬਾ ਮੋਹਰੀ ਜੀ ਆਦਿਕ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦੀ ਪਾਲਕੀ ਨਾਲ ਹੈ, ਤੁਸੀਂ ਪਾਲਕੀ ਵਿੱਚ ਸਵਾਰ ਹੋ ਜਾਵੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ 4 ਗੁਰੂ ਸਹਿਬਾਨ ਦੀ ਬਾਣੀ ਹੈ। ਬਾਣੀ ਦਾ ਅਦਬ ਸਤਿਕਾਰ ਮੁੱਖ ਹੈ, ਸਭ ਤੋਂ ਪਹਿਲਾਂ ਹੈ। ਜਿਹੜਾ ਵੀ ਬਾਣੀ ਦਾ ਅਦਬ ਸਤਿਕਾਰ ਕਰੇਗਾ ਉਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਉਹਦਾ ਜੀਵਨ ਸੁਖਮਈ ਬਣਿਆ ਰਹੇਗਾ, ਜੀਵਨ ਅੰਦਰ ਆਨੰਦ ਬਣਿਆ ਰਹੇਗਾ। ਹੁਣ ਇੱਕ ਕੋਹ ਪੈਂਡਾ ਨਾਲ ਸਾਰੇ ਚੱਲੇ। ਹੁਣ ਸਾਰਿਆਂ ਨੂੰ ਸਨਮਾਨ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਵਾਪਸ ਭੇਜ ਦਿੱਤਾ ਹੈ। ਆਪ ਗੋਇੰਦਵਾਲ ਸਾਹਿਬ ਤੋਂ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਸਥਾਨ ਤੇ ਪਹੁੰਚੇ ਹਨ। ਨਮਸਕਾਰ ਕੀਤੀ ਹੈ, ਪ੍ਰਕਰਮਾਂ ਕੀਤੀਆਂ ਨੇ, ਸਤਿਗੁਰੂ ਪਾਤਸ਼ਾਹ ਜੀ ਨੂੰ ਸਿਮਰਿਆ, ਯਾਦ ਕੀਤਾ ਹੈ। ਇੱਥੇ ਧੰਨ ਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਭਾਈ ਦਾਤੂ ਜੀ ਨੂੰ ਪਤਾ ਲੱਗਿਆ। ਉਹ ਚੱਲ ਕੇ ਆ ਕੇ ਮਿਲੇ ਹਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਜਿਹੜੇ ਭੁੱਲ ਹੋਈ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ, ਉਹ ਭੁੱਲ ਬਖਸ਼ਾਉਣ ਦੇ ਲਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਚੱਲ ਕੇ ਆਏ ਨੇ। ਆਓ ਇਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਸੁਨ ਦਾਤੂ ਕਰ ਜੋਰ ਕਹਿਤ ਭਾ ਆਪ ਸੁਨੋ ਮੇਰੋ ਬਿਰਤੰਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਖਡੂਰ ਸਾਹਿਬ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ ਹਨ ਤੇ ਭਾਈ ਦਾਤੂ ਜੀ ਚੱਲ ਕੇ ਆਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਲੇ, ਦਰਸ਼ਨ ਦੀਦਾਰ ਕੀਤੇ। ਗੁਰੂ ਸੁਪੁੱਤਰ ਜਾਣਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੇ ਅਦਬ ਸਤਿਕਾਰ ਦੇ ਨਾਲ ਭਾਈ ਦਾਤੂ ਜੀ ਨੂੰ ਆਪਣੇ ਕੋਲ ਬਿਠਾਇਆ ਹੈ, ਬੜਾ ਆਦਰ ਸਨਮਾਨ ਕੀਤਾ। ਆਪਸ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਨੇ ਤੇ ਭਾਈ ਦਾਤੂ ਜੀ ਕਹਿਣ ਲੱਗੇ, ਹੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਕਹਿਣ ਲੱਗੇ, ਮੇਰਾ ਜਿਹੜਾ ਬ੍ਰਤੰਤ ਹੈ ਨਾ ਉਹ ਸਾਰਾ ਆਪ ਜੀ ਧਿਆਨ ਦੇ ਕੇ ਸੁਣਨਾ ਕਰੋ। ਆਤ ਹੰਕਾਰ ਭਇਓ ਮੈਂ ਜੈਸੋ ਆਰ ਤੁਮਰੋ ਆਗਮ ਚਿਤਵੰਤ। ਹੁਣ ਆਪਣਾ ਬਿਰਤਾਂਤ ਸੁਣਾਉਂਦਿਆਂ ਭਾਈ ਦਾਤੂ ਜੀ ਕਹਿਣ ਲੱਗੇ,
ਕਿ ਮੈਂ ਆਪ ਜੀ ਨੂੰ ਦੱਸਦਾ ਕਿ ਮੇਰੇ ਮਨ ਅੰਦਰ ਜਿਹੜਾ ਹੰਕਾਰ ਸੀ ਉਹ ਕਿਵੇਂ ਖਤਮ ਹੋਇਆ ਹੈ। ਜਿਹੜਾ ਮੇਰਾ ਮਨ ਹੰਕਾਰ ਦੇ ਨਾਲ ਭਰਿਆ ਹੋਇਆ ਸੀ, ਉਹ ਮਨ ਅੰਦਰੋਂ ਹੰਕਾਰ ਕਿਸ ਪ੍ਰਕਾਰ ਦੇ ਨਾਲ ਖਤਮ ਹੋਇਆ ਹੈ ਤੇ ਕਿਵੇਂ ਆਪ ਜੀ ਦੇ ਆਉਣ ਦੀ ਖਬਰ ਸੁਣ ਕੇ ਮੈਂ ਆਪ ਜੀ ਨੂੰ ਅੱਗੋਂ ਆਣ ਕੇ ਮਿਲਿਆ ਹਾਂ। ਸ੍ਰੀ ਗੁਰ ਅਮਰ ਲੀਨ ਜਬ ਗੁਰਤਾ ਭਈ ਈਰਖਾ ਮੁਝ ਅਤਿਅੰਤ। ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਡੇ ਪਿਤਾ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਗੁਰਤਾ ਗੱਦੀ ਪ੍ਰਾਪਤ ਕੀਤੀ, ਉਹਨਾਂ ਦੇ ਗੁਰਤਾ ਗੱਦੀ ਪ੍ਰਾਪਤ ਕਰਨ ਦੇ ਨਾਲ ਮੇਰੇ ਮਨ ਅੰਦਰ ਬਹੁਤ ਜ਼ਿਆਦਾ ਈਰਖਾ ਵੱਧ ਗਈ। ਤਿਨ ਕੇ ਮਹਿਮਾ ਪਾਵਕ ਸਮਸਰ ਸੁਸਕ ਤ੍ਰਿਨਨ ਜਿਉ ਰਿਦਾ ਜਰੰਤ। ਤੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ, ਬੜੀ ਮਹਾਨ ਮਹਿਮਾ ਹੋਣ ਲੱਗੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਸੋ ਜਸ ਸਾਰੇ ਪਾਸੇ ਫੈਲ ਗਿਆ, ਸਿੱਖ ਸੰਗਤਾਂ ਬਹੁਤ ਮਹਿਮਾ ਕਰਦੀਆਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਦੀ ਮਹਿਮਾ ਵੇਖ ਕੇ ਮੇਰਾ ਜਿਹੜਾ ਹਿਰਦਾ ਸੀ ਉਹ ਸੜ ਬਲ ਗਿਆ। ਮਾਨੋ ਕਿਵੇਂ ਕ੍ਰੋਧ ਦੀ ਅੱਗ ਵਿੱਚ ਇਉਂ ਸੜਿਆ ਜਿਵੇਂ ਸੁੱਕੇ ਹੋਏ ਤੀਲੇ ਅੱਗ ਦੇ ਵਿੱਚ ਸੜਦੇ ਹਨ। ਦੇਸ ਬਦੇਸਨ ਕੇ ਬੜ ਸੰਗਤ ਨਰ ਨਾਰੀ ਆਵਹਿ ਸਮੁਦਾਇ। ਦੇਸ਼ਾਂ ਦੀ ਵਿਦੇਸ਼ਾਂ ਦੀ ਬਹੁਤ ਸਾਰੀ ਸੰਗਤ, ਮਰਦ ਇਸਤਰੀਆਂ ਸਾਰੇ ਮਿਲ ਕੇ ਇਕੱਠੇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ। ਅਨਕ ਉਪਾਇਨ ਪਾਇਨ ਅਰਪ ਹੈ ਮਨ ਬਾਛਤ ਸਭ ਹੀ ਫਲ ਪਾਏ। ਤੇ ਜਿੰਨੇ ਵੀ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਅਰਪਣ ਕਰਦੇ ਤੇ ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਚੜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਮਨ ਇੱਛਤ ਫਲਾਂ ਦੀ ਪ੍ਰਾਪਤੀ ਕਰਦੇ। ਮੋਕੋ ਦੁਖਤ ਦੇਖ ਕਰ ਗਮਨੇ ਗੋਇੰਦਵਾਲ ਬਸੇ ਪੁਨ ਜਾਏ। ਤੇ ਇਸ ਪ੍ਰਕਾਰ ਦੇ ਨਾਲ ਜਦੋਂ ਉਹਨਾਂ ਦੀ ਮਹਾਨ ਮਹਿਮਾ ਹੁੰਦੀ, ਬੇਅੰਤ ਸੰਗਤਾਂ ਆਉਂਦੀਆਂ, ਧਨ ਆਉਂਦਾ, ਭੇਟਾਵਾਂ ਆਉਂਦੀਆਂ ਤੇ ਇਹ ਸਾਰਾ ਕੁਝ ਵੇਖ ਕੇ ਮੈਂ ਬਹੁਤ ਦੁਖੀ ਹੁੰਦਾ ਤੇ ਮੈਨੂੰ ਦੁਖੀ ਹੋਏ ਨੂੰ ਵੇਖ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਖਡੂਰ ਸਾਹਿਬ ਨਗਰ ਛੱਡ ਕੇ ਗੋਇੰਦਵਾਲ ਸਾਹਿਬ ਚਲੇ ਗਏ। ਤਹ ਭੇ ਅਤਕ ਭੇਰ ਹੋਏ ਨਿਤ ਪ੍ਰਤ ਮਹਿਮਾ ਪੂਰਨ ਭੇ ਚੌਂਕਾਏ। ਤੇ ਮੇਰੇ ਮਨ ਦਾ ਖਿਆਲ ਸੀ ਕਿ ਜੇ ਹੁਣ ਇਹ ਨਗਰ ਛੱਡ ਕੇ ਚਲੇ ਗਏ ਨੇ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ, ਇਹਨਾਂ ਕੋਲ ਕਿਹੜੀ ਕੋਈ ਸੰਗਤ ਆਉਣੀ ਹੈ, ਉੱਥੇ ਕਿਸੇ ਨੇ ਇਹਨਾਂ ਕੋਲ ਨਹੀਂ ਆਉਣਾ, ਕਿਉਂਕਿ ਖਡੂਰ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਵਰਸਾਇਆ ਹੋਇਆ ਉਹਨਾਂ ਦਾ ਨਿਵਾਸ ਸਥਾਨ ਹੈ। ਇਸ ਕਰਕੇ ਹੋ ਸਕਦਾ ਇਹਨਾਂ ਦੇ ਚਲੇ ਜਾਣ ਤੋਂ ਬਾਅਦ ਸੰਗਤਾਂ ਇੱਥੇ ਮੇਰੇ ਕੋਲ ਆਉਣ ਲੱਗ ਪੈਣ, ਪਰ ਇਸ ਦੇ ਉਲਟ ਹੋਇਆ। ਮੇਰੇ ਮਨ ਦੇ ਖਿਆਲ ਮੁਤਾਬਕ ਉਲਟ ਹੋਇਆ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਚਲੇ ਗਏ ਤੇ ਸਿੱਖ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਚੱਲਿਆ ਹੁਣ ਗੋਇੰਦਵਾਲ ਸਾਹਿਬ ਸਿੱਖ ਸੰਗਤਾਂ ਦੀ ਭੀੜ ਰਹਿਣ ਲੱਗੀ। ਜਿੰਨੀਆਂ ਵੀ ਸਿੱਖ ਸੰਗਤਾਂ ਆਉਂਦੀਆਂ ਉਹ ਗੋਇੰਦਵਾਲ ਸਾਹਿਬ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ। ਉੱਥੇ ਵੀ ਮਹਾਨ ਮਹਿਮਾ ਸਤਿਗੁਰੂ ਪਾਤਸ਼ਾਹ ਜੀ ਦੀ ਚਾਰੇ ਪਾਸੇ ਛਾ ਗਈ। ਇੱਕ ਖਤਰੇ ਮਮ ਮਿੱਤਰ ਹੋਤੋ ਬਹੁ ਇੱਕ ਦਿਨ ਆਏ ਕਹਿਓ ਇਮ ਬੈਨ। ਇੱਕ ਦਿਨ ਦਾ ਸਮਾਂ ਸੀ, ਇੱਕ ਖੱਤਰੀ ਮੇਰਾ ਬੜਾ ਗੂੜਾ ਮਿੱਤਰ ਸੀ ਤੇ ਉਹ ਮੇਰਾ ਮਿੱਤਰ ਮੇਰੇ ਕੋਲ ਚੱਲ ਕੇ ਆਇਆ ਤੇ ਆ ਕੇ ਮੈਨੂੰ ਕਹਿਣ ਲੱਗਾ, ਤੁਮ ਤੋ ਪੁੱਤਰ ਕਹਾਵਤ ਗੁਰ ਕੇ ਕੁਛ ਰਚਨਾ ਤੁਮਰੇ ਢਿਗ ਹੈ ਨਾ। ਕਹਿਣ ਲੱਗਾ
ਕਿ ਤੁਸੀਂ ਤਾਂ ਆਪਣੇ ਆਪ ਨੂੰ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਕਹਾਉਂਦੇ ਹੋ ਕਿ ਅਸੀਂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਹਾਂ, ਪਰ ਤੁਹਾਡੇ ਕੋਲ ਕੋਈ ਸੰਗਤਾਂ ਦੀ ਰੌਣਕ ਨਹੀਂ। ਤੁਹਾਡੇ ਕੋਲ ਕੋਈ ਸੰਗਤਾਂ ਇੱਥੇ ਚੱਲ ਕੇ ਨਹੀਂ ਆਉਂਦੀਆਂ, ਸੰਗਤਾਂ ਦੀ ਕੋਈ ਰੌਣਕ ਨਹੀਂ ਹੈ ਤੁਹਾਡੇ ਕੋਲ। ਸੰਗਤ ਆਏ ਨਾ ਅਰਪ ਹੈ ਧਨ ਕੋ, ਨਮੋ ਨ ਕਰਤ ਆਏ ਕੋ ਐਨ। ਤੇ ਨਾ ਤਾਂ ਤੁਹਾਡੇ ਕੋਲ ਕੋਈ ਸੰਗਤ ਚੱਲ ਕੇ ਆਉਂਦੀ ਹੈ, ਨਾ ਕੋਈ ਆ ਕੇ ਤੁਹਾਨੂੰ ਭੇਟਾਵਾਂ ਅਰਪਣ ਕਰਦਾ ਹੈ, ਨਾ ਧਨ ਆਦਿਕ ਕੋਈ ਆ ਕੇ ਅਰਪਣ ਕਰਦਾ ਹੈ, ਨਾ ਤੁਹਾਡੇ ਘਰ ਦੇ ਵਿੱਚ ਆ ਕੇ ਕੋਈ ਤੁਹਾਨੂੰ ਨਮਸਕਾਰ ਕਰਦਾ ਹੈ। ਰਹੇ ਰੰਕ ਸਮ ਬੈਠਦਾਰ ਦੇ, ਬਿਨ ਉਦਮ ਆਲਸ ਦਿਨ ਰਹਿਣ। ਤੁਸੀਂ ਤਾਂ ਕੰਗਾਲਾਂ ਦੇ ਵਾਂਗ, ਕੰਗਾਲ ਮਨੁੱਖ ਦੇ ਵਾਂਗੂ ਬਿਨਾਂ ਉਦਮ ਕੀਤਿਆਂ ਦਿਨੇ ਰਾਤ ਆਲਸੀ ਤੇ ਦਲਿਦਰੀ ਬਣ ਕੇ ਬੈਠੇ ਰਹਿੰਦੇ ਹੋ। ਕਿਸੇ ਥਾਨ ਕੋ ਖਤਰੇ ਕੋ, ਗੁਰੂ ਬਨਿਓ ਨਿਜ ਪਦ ਪੁਜਵਾਏ। ਕਿਸੇ ਹੋਰ ਥਾਂ ਦਾ ਰਹਿਣ ਵਾਲਾ ਇੱਕ ਖੱਤਰੀ ਉਹ ਗੁਰੂ ਬਣ ਕੇ ਬੈਠ ਗਿਆ, ਤੁਸੀਂ ਖਾਲੀ ਰਹਿ ਗਏ ਹੋ, ਤੁਹਾਡੇ ਕੋਲ ਕੋਈ ਚੱਲ ਕੇ ਨਹੀਂ ਆਉਂਦਾ। ਹੋਰ ਦੂਸਰੇ ਥਾਂ ਦਾ ਰਹਿਣ ਵਾਲਾ ਇੱਕ ਖੱਤਰੀ ਉਹ ਗੁਰੂ ਬਣ ਕੇ ਬੈਠ ਗਿਆ ਤੇ ਹਰ ਰੋਜ਼ ਆਪਣੇ ਚਰਨਾਂ ਦੀ ਪੂਜਾ ਕਰਵਾਉਂਦਾ ਹੈ। ਹੋ ਤੋ ਟਹਿਲਿਆ ਤੁਮਰੇ ਘਰ ਕੋ, ਅਬ ਸਮਾਜ ਅਤ ਕੈ ਬਿਰਦਾਏ। ਕਿਸੇ ਸਮੇਂ ਉਹ ਤੁਹਾਡੇ ਘਰ ਦਾ ਸੇਵਾਦਾਰ ਸੀ, ਉਹ ਹੁਣ ਬਾਬਾ ਦਾਤੂ ਜੀ ਦਾ ਜਿਹੜਾ ਮਿੱਤਰ ਸੀ ਉਹ ਕਹਿਣ ਲੱਗਾ, ਭੜਕਾ ਰਿਹਾ, ਕਹਿਣ ਲੱਗਾ ਕਿ ਕਿਸੇ ਸਮੇਂ ਦਾ ਉਹ ਤੁਹਾਡੇ ਘਰ ਦਾ ਸੇਵਾਦਾਰ ਸੀ ਤੇ ਤੁਹਾਡੇ ਘਰ ਦਾ ਇੱਕ ਸੇਵਾਦਾਰ ਅੱਜ ਜਿਹੜਾ ਆਪਣਾ ਬਹੁਤ ਸਮਾਜ, ਬਹੁਤ ਸੰਗਤਾਂ ਵਧਾ ਰਿਹਾ, ਚਾਰੇ ਪਾਸੇ ਉਹਦੀ ਮਹਿਮਾ ਪਸਰ ਰਹੀ ਹੈ। ਭੈ ਮ੍ਰਿਤਕ ਜੀਵਤ ਹੈ ਜਗ ਤੁਮ, ਜਿਨ ਕੋ ਨਾਮ ਨਹੀਂ ਬਿਦਤਾਏ। ਕਹਿਣ ਲੱਗਾ ਤੁਸੀਂ ਤਾਂ ਜਿਉਂਦੇ ਜੀ ਮਰ ਗਏ ਹੋ, ਤੁਹਾਡਾ ਸੰਸਾਰ ਦੇ ਵਿੱਚ ਨਾ ਹੀ ਪ੍ਰਸਿੱਧ ਨਹੀਂ ਹੋਇਆ, ਤੁਹਾਨੂੰ ਕੋਈ ਜਾਣਦਾ ਹੀ ਨਹੀਂ, ਸੰਸਾਰ ਦੇ ਵਿੱਚ ਆਪਣਾ ਨਾਮ ਤੁਸੀਂ ਪ੍ਰਗਟ ਨਹੀਂ ਕਰ ਸਕੇ, ਇਸ ਕਰਕੇ ਤੁਸੀਂ ਤਾਂ ਜਿਉਂਦੇ ਜੀ ਮਰ ਗਏ ਹੋ। ਓਹੋ ਨਲਾਇਕ ਲੇਤ ਨ ਤਿਸਤੇ, ਜੋ ਅਬ ਬੈਠਿਓ ਬਹੁ ਧਨ ਪਾਏ। ਹੇ ਨਲਾਇਕ, ਬਾਪੂ ਭਾਈ ਦਾਤੂ ਜੀ ਦਾ ਮਿੱਤਰ ਕਹਿੰਦਾ ਹੇ ਨਲਾਇਕ, ਉਹ ਜਿਹੜਾ ਇੰਨਾ ਧਨ ਇਕੱਠਾ ਕਰੀ ਜਾ ਰਿਹਾ ਉਹਦੇ ਕੋਲੋਂ ਜਾ ਕੇ ਉਹ ਧਾਨੀ ਪ੍ਰਾਪਤ ਕਰ ਲੈ, ਉਹ ਧਾਨੀ ਉਹਦੇ ਕੋਲੋਂ ਲੈ ਲੈ, ਤੂੰ ਨਲਾਇਕਾਂ ਦੀ ਤਰ੍ਹਾਂ ਬੈਠਾ ਹੋਇਆ ਹੈ। ਸਰਪ ਸਮਾਨ ਹੋ ਤੋ ਮਨ ਪੂਰਬ, ਤਿਸ ਕੇ ਬਾਕਨ ਛੇਰਨ ਕੀਨਾ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੱਸਦੇ ਆ, ਭਾਈ ਦਾਤੂ ਜੀ ਕਹਿਣ ਲੱਗੇ ਕਿ ਮੇਰਾ ਮਨ ਤਾਂ ਪਹਿਲਾਂ ਹੀ ਸੱਪ ਦੀ ਤਰ੍ਹਾਂ ਜ਼ਹਿਰ ਨਾਲ ਭਰਿਆ ਹੋਇਆ ਸੀ, ਮੇਰੇ ਮਨ ਅੰਦਰ ਸੱਪ ਦੇ ਸਮਾਨ ਪਹਿਲਾਂ ਹੀ ਜ਼ਹਿਰ ਭਰੀ ਹੋਈ ਸੀ, ਤੇ ਉੱਤੋਂ ਮੇਰੇ ਮਿੱਤਰ ਦੀਆਂ ਗੱਲਾਂ ਨੇ ਮੈਨੂੰ ਹੋਰ ਜ਼ਿਆਦਾ ਛੇੜ ਦਿੱਤਾ। ਗੁਰੂ ਅਮਰ ਕੋ ਡਸਨ ਹੇਤ ਮੈਂ, ਕਾਸ਼ਟ ਦੇਨ ਕੋ ਉਦਮ ਲੈਨਾ। ਤੇ ਹੁਣ ਉਹਦੇ ਕਹੇ ਹੋਏ ਬੋਲਾਂ ਨੇ ਜਦੋਂ ਮੈਨੂੰ ਛੇੜ ਦਿੱਤਾ, ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਡੰਗ ਮਾਰਨ ਦੇ ਵਾਸਤੇ, ਉਹਨਾਂ ਨੂੰ ਕਸ਼ਟ ਦੇਣ ਦੇ ਵਾਸਤੇ ਮੈਂ ਇਥੋਂ ਉਦਮ ਕੀਤਾ। ਵਾਕ ਬਾਨ ਸੇ ਕੱਢੇ ਹਿਰਦੇ ਮਮ, ਦੁਖ ਕੋ ਧਾਰਤ ਧੀਰਜ ਛੀਨ। ਤੇ ਉਹ ਮੇਰੇ ਕਹੇ ਹੋਏ ਮਿੱਤਰ ਦੇ ਜਿਹੜੇ ਬੋਲ ਸਨ, ਮਾਨੋ ਮੇਰੇ ਹਿਰਦੇ ਦੇ ਵਿੱਚ ਤੀਰਾਂ ਦੇ ਸਮਾਨ ਗੱਡੇ ਗਏ, ਮਾਨੋ ਉਹਨਾਂ ਬੋਲਾਂ ਨੇ ਤੀਰਾਂ ਦੇ ਸਮਾਨ ਮੇਰਾ ਹਿਰਦਾ ਜਿਹੜਾ ਸੀ ਉਹ ਵਿੰਨ ਸੁੱਟਿਆ, ਮੈਂ ਦੁੱਖ ਦੇ ਸਹਿਤ ਹੋ ਗਿਆ, ਆਪਣਾ ਧੀਰਜ ਖੋ ਬੈਠਾ। ਤ੍ਰਿਣ ਮਮ ਜਰਤ ਕ੍ਰੋਧ ਬੜ ਅਗਨੇ, ਮਨੋਹ ਕ੍ਰਿਤ ਤਿਨ ਉਪਰ ਦੇਨਾ। ਤੇ ਈਰਖਾ ਦੀ ਅੱਗ ਦੇ ਨਾਲ ਇਉਂ ਸੜਨ ਲੱਗਾ ਜਿਵੇਂ ਸੁੱਕੇ ਹੋਏ ਤੀਲੇ ਅੱਗ ਦੇ ਵਿੱਚ ਸੜਦੇ ਨੇ,
ਉਸੇ ਤਰ੍ਹਾਂ ਮੇਰਾ ਹਿਰਦਾ ਈਰਖਾ ਦੀ ਅੱਗ ਨਾਲ ਸੜਨ ਲੱਗਾ ਤੇ ਮਾਨੋ ਉਹਦੇ ਬੋਲਾਂ ਨੇ ਜਿਵੇਂ ਬਲਦੀ ਹੋਈ ਅੱਗ ਦੇ ਉੱਤੇ ਘਿਓ ਪਾਉਣ ਦਾ ਕੰਮ ਕੀਤਾ। ਹੋਤ ਸੁਸ਼ੀਲ ਸੰਗ ਲਹਿ ਖੋਟੇ ਬਿਗਰ ਜਾਤ ਸੁਭ ਮਤ ਬਿਸਰਾਏ। ਕਹਿੰਦੇ ਕੋਈ ਸ੍ਰੇਸ਼ਟ ਚੰਗੀ ਮਤ ਵਾਲਾ ਮਨੁੱਖ ਹੋਵੇ ਤੇ ਉਹਨੂੰ ਖੋਟੇ ਦੀ ਸੰਗਤ ਮਿਲ ਜੇ, ਭੈੜੇ ਸਾਖਤ ਪੁਰਸ਼ ਦੀ ਸੰਗਤ ਮਿਲ ਜੇ, ਤੇ ਚੰਗੀ ਸ੍ਰੇਸ਼ਟ ਮਤ ਵਾਲਾ ਵੀ ਮਾੜੇ ਦਾ ਸੰਗ ਕਰਕੇ ਉਹ ਵੀ ਮਾੜੀ ਮਤ ਧਾਰਨ ਕਰ ਲੈਂਦਾ, ਆਪਣੀ ਚੰਗੀ ਮਤ ਖੋ ਬੈਠਦਾ ਹੈ। ਰਿਸਤੇ ਗੋਇੰਦਵਾਲ ਪਹੁੰਚਿਓ ਸਭਾ ਵਿਖੈ ਦੇਖੇ ਤਬ ਜਾਏ। ਤੇ ਬੜਾ ਗੁੱਸਾ ਮੇਰੇ ਮਨ ਅੰਦਰ ਆਇਆ, ਗੁੱਸੇ ਦਾ ਭਰਿਆ ਹੋਇਆ ਮੈਂ ਖਡੂਰ ਸਾਹਿਬ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਜਾ ਪਹੁੰਚਿਆ, ਜਿੱਥੇ ਸਤਿਗੁਰੂ ਜੀ ਦਾ ਦੀਵਾਨ ਲੱਗਿਆ ਹੋਇਆ ਸੀ, ਸਿੱਖ ਸੰਗਤਾਂ ਬੈਠੀਆਂ ਹੋਈਆਂ ਸਨ। ਸਿੱਖ ਸੰਗਤਾਂ ਦੇ ਵਿੱਚ ਜਾ ਕੇ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਦੋਂ ਵੇਖਿਆ, ਮਨੋ ਗਿਆਨ ਕੋ ਭਾਨ ਪ੍ਰਕਾਸ਼ੈ ਚੌਹਾਂ ਦਿਸ ਸਦਗੁਣ ਜਨ ਸਮੁਦਾਇ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਇਉਂ ਸਿੱਖ ਸੰਗਤਾਂ ਦੇ ਵਿੱਚ ਬੈਠੇ ਸੋਭ ਰਹੇ ਸਨ ਜਿਵੇਂ ਸੂਰਜ ਦਾ ਗਿਆਨ ਪ੍ਰਕਾਸ਼ ਰਿਹਾ ਹੋਵੇ। ਤੇ ਸਿੱਖ ਸੰਗਤਾਂ ਇਉਂ ਲੱਗ ਰਹੀਆਂ ਸਨ ਜਿਹੜੀਆਂ ਸ਼ੁਭ ਗੁਣਾਂ ਦੇ ਸਹਿਤ ਸ਼ੁਭ ਗੁਣਾਂ ਦੀਆਂ ਧਾਰਨੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬੈਠ ਕਰਕੇ ਸੁਖ ਪ੍ਰਾਪਤ ਕਰ ਰਹੀਆਂ ਸਨ। ਅਵਗਨ ਉਡਗਨ ਨਿਸਾ ਅਵਿਦਿਆ ਨਹਿ ਪਾਇਤ ਸਭ ਗਏ ਪਲਾਏ। ਅਵਗਨ ਉਡਗਨ ਜਿਹੜੇ ਔਗਣ ਰੂਪੀ ਤਾਰੇ ਸਨ ਤੇ ਅਗਿਆਨਤਾ ਰੂਪੀ ਰਾਤ ਸੀ, ਉਹ ਮਾਨੋ ਗਿਆਨ ਦਾ ਸੂਰਜ ਚੜ੍ਹਨ ਦੇ ਨਾਲ, ਇਸ ਸੂਰਜ ਦੇ ਪ੍ਰਕਾਸ਼ ਦੇ ਨਾਲ ਉੱਡ ਗਏ ਹੋਣ ਤੇ ਉਹ ਇੱਥੇ ਠਹਿਰ ਨਹੀਂ ਸਕੇ। ਇੱਕ ਕਰ ਜੋਰ ਬੰਧਨ ਕਰਹਿ ਏਕ ਉਪਾਇਨ ਅਰਪ ਹੈਆਨ। ਤੇ ਜਦੋਂ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਭਾ ਵਿੱਚ ਪਹੁੰਚਿਆ, ਕੀ ਵੇਖਿਆ ਕਿ ਕੋਈ ਗੁਰੂ ਕਾ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰ ਰਿਹਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਹੈ ਤੇ ਕੋਈ ਭੇਟਾਵਾਂ ਸਤਿਗੁਰੂ ਜੀ ਨੂੰ ਅਰਪਣ ਕਰ ਰਿਹਾ ਹੈ। ਇੱਕ ਪਰ ਜਾਚਤ ਬਾਛਤ ਚਿਤ ਕੋ ਇੱਕ ਬੂਜਤ ਆਪਣੀ ਕਲਿਆਣ। ਤੇ ਕੋਈ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਚਿੱਤ ਵਿੱਚ ਚਿਤਵੇ ਹੋਏ ਮਨ ਇੱਛਤ ਫਲਾਂ ਦੀ ਪ੍ਰਾਪਤੀ ਵਾਸਤੇ ਜਾਚਨਾ ਕਰ ਰਿਹਾ ਹੈ ਤੇ ਕੋਈ ਆਪਣੇ ਕਲਿਆਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਪੁੱਛ ਰਿਹਾ ਹੈ, ਬੇਨਤੀਆਂ ਕਰ ਰਿਹਾ ਹੈ। ਇੱਕ ਸ਼ਬਦ ਕੋ ਪਠੈ ਵਿਚਾਰੈ ਗਾਏ ਰਬਾਬੇ ਰਾਗਨ ਤਾਨ। ਤੇ ਕੋਈ ਗੁਰੂ ਕਾ ਪਿਆਰਾ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ਬਦ ਨੂੰ ਅਰਥਾਂ ਦੇ ਸਹਿਤ ਵਿਚਾਰ ਕੇ ਪੜ੍ਹ ਰਿਹਾ ਤੇ ਗੁਰੂ ਕੇ ਰਬਾਬੀ ਆਪਣੇ ਸਾਜ਼ ਲੈ ਕੇ ਰਬਾਬ ਆਦਿਕ ਦੇ ਨਾਲ ਰਾਗਾਂ ਦੇ ਵਿੱਚ ਕੀਰਤਨ ਗਾਇਨ ਕਰ ਰਹੇ ਹਨ। ਇੱਕ ਅਰਦਾਸ ਕਰਤ ਹੈ ਠਾਂਡੇ ਮੰਗਲ ਹੋਤ ਅਨੇਕ ਬਧਾਨ। ਤੇ ਕੋਈ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜੇ ਹੋ ਕੇ ਅਰਦਾਸ ਕਰ ਰਿਹਾ ਹੈ ਤੇ ਬੜਾ ਸਤਿਗੁਰੂ ਪਾਤਸ਼ਾਹ ਜੀ ਦੀ ਸਭਾ ਦੇ ਵਿੱਚ ਆਨੰਦ ਵਰਤਿਆ ਹੋਇਆ ਹੈ, ਸਾਰੇ ਆਨੰਦ ਤੇ ਕਲਿਆਣ ਮੁਕਤੀ ਦੀ ਪ੍ਰਾਪਤੀ ਕਰ ਰਹੇ ਹਨ। ਅਤਕ ਪ੍ਰਤਾਪ ਬਲੋਕ ਜਰਿਓ ਨਹਿ ਜਰਿਓ ਕ੍ਰੋਧ ਕੇ ਅਗਨ ਮਝਾਰ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਪ੍ਰਤਾਪ ਵੇਖ ਕੇ ਮੇਰੇ ਕੋਲੋਂ ਜਰਿਆ ਨਹੀਂ ਗਿਆ, ਮੈਂ ਸਹਾਰ ਨਹੀਂ ਸਕਿਆ। ਜਰਿਓ ਕ੍ਰੋਧ ਕੀ ਅਗਨ ਮਝਾਰ, ਮੈਂ ਕ੍ਰੋਧ ਦੀ ਅੱਗ ਦੇ ਵਿੱਚ ਸੜ ਗਿਆ। ਤੂਰਨ ਕਰਤ ਉਲੰਘਿਓ ਸਭ ਕੋ ਜਾਏ ਗੁਰੂ ਕੇ ਲਾਤ ਪ੍ਰਹਾਰ। ਤੇ ਜਦੋਂ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸੋਭਾ ਵੇਖੀ, ਸਤਿਗੁਰੂ ਦੇ ਦਰਬਾਰ ਦੀ ਸਤਿਗੁਰੂ ਜੀ ਦਾ ਸ੍ਰੇਸ਼ਟ ਜਸ ਵੇਖਿਆ, ਮੈਂ ਸਹਾਰ ਨਾ ਸਕਿਆ ਤੇ ਤੁਰੰਤ ਉਸੇ ਵੇਲੇ ਸੰਗਤ ਦੇ ਵਿੱਚ ਦੀ ਲੰਘ ਕੇ
ਮੈਂ ਜਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੱਤ ਮਾਰੀ। ਕਹੇ ਕਠੋਰ ਗਿਰਾ ਬਹੁ ਬਿਦ ਕੇ ਦਏ ਅਨੇਕ ਪ੍ਰਕਾਰ ਨਗਾਰ। ਤੇ ਜਾ ਕੇ ਬੜੇ ਕਠੋਰ ਸ਼ਬਦ ਬੋਲੇ ਤੇ ਬਹੁਤ ਪ੍ਰਕਾਰ ਦੀਆਂ ਗਾਲੀ ਜੜੀਆਂ ਨੇ ਉਹ ਮੈਂ ਦਿੱਤੀਆਂ। ਨਿਬਲ ਸਰੀਰ ਅਵਸਥਾ ਬਿਰਧ ਬੜ ਸਹਿਓ ਨ ਗਇਓ ਲਾਕਾਤ ਤਿਸ ਬਾਰ। ਸਤਿਗੁਰ ਪਾਤਸ਼ਾਹ ਜੀ ਦਾ ਨਿਰਬਲ ਸਰੀਰ ਸੀ, ਬਜ਼ੁਰਗੀ ਦੀ ਅਵਸਥਾ ਸੀ, ਤੇ ਉਹ ਜਿਹੜੀ ਮੈਂ ਲੱਤ ਮਾਰੀ ਉਹ ਵਾਰ ਉਹਨਾਂ ਤੋਂ ਸਹਾਰਿਆ ਨਹੀਂ ਗਿਆ। ਵਖ ਸਥਲ ਮਹਿ ਘਾਤ ਲਾਤ ਕੋ ਲਗਤ ਗਿਰੇ ਪ੍ਰਿਥਵੀ ਪਰ ਤੇ ਜਾਏ। ਜਦੋਂ ਮੈਂ ਲੱਤ ਮਾਰੀ ਉਹ ਲੱਤ ਸਤਿਗੁਰੂ ਜੀ ਦੀ ਵੱਖੀ ਦੇ ਵਿੱਚ ਵੱਜੀ, ਤੇ ਵੱਖੀ ਦੇ ਵਿੱਚ ਲੱਤ ਵੱਜਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨ ਤੋਂ ਹੇਠਾਂ ਧਰਤੀ ਤੇ ਡਿੱਗ ਪਏ। ਹਾਹਾਕਾਰ ਸਵਾ ਮਹਿ ਹੋਵਾ ਸਿਖਨ ਗਹਿ ਭੁਜਦੈ ਬਿਠਾਏ। ਤੇ ਚਾਰੇ ਪਾਸੇ ਸਿੱਖ ਸੰਗਤਾਂ ਦੇ ਵਿੱਚ ਹਾਹਾਕਾਰ ਮਚ ਗਈ, ਤੇ ਕੁਝ ਗੁਰੂ ਕੇ ਸਿੱਖਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਬਾਹ ਤੋਂ ਪਕੜ ਕੇ ਉਠਾਇਆ ਹੈ। ਉਠਤ ਭਏ ਸੁਧ ਮਮ ਪਗ ਪਕਰੇ ਸਨੇ ਸਨੇ ਮਲ ਮ੍ਰਿਦਲ ਲਤਾਏ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਕੁਝ ਹੋਸ਼ ਆਈ ਤੇ ਉੱਠ ਕੇ ਉਹਨਾਂ ਨੇ ਆ ਕੇ ਮੇਰੇ ਜਿਹੜੇ ਚਰਨ ਸਨ ਉਹ ਪਕੜ ਲਏ, ਤੇ ਪਕੜ ਕੇ ਬੜੇ ਨਿਮਰਤਾ ਭਰੇ ਸੁਭਾਅ ਦੇ ਨਾਲ ਤੇ ਬੜੇ ਸਤਿਗੁਰੂ ਪਾਤਸ਼ਾਹ ਜੀ ਮਨ ਅੰਦਰ ਨਿਮਰਤਾ ਨੂੰ ਧਾਰਨ ਕਰਕੇ ਮੇਰੇ ਚਰਨਾਂ ਨੂੰ ਤੇ ਲੱਤਾਂ ਨੂੰ ਦਬਾਉਣ ਲੱਗੇ। ਕਹਿਣ ਲੱਗੇ ਮਮ ਅੰਗ ਨਿਠੁਰ ਬੜ ਕਰਤ ਕਾਰ ਕੋ ਬੈਸ ਬਿਤਾਏ। ਕਹਿਣ ਲੱਗੇ ਕਿ ਮੇਰੇ ਅੰਗ ਜਿਹੜੇ ਨੇ, ਹੱਡ ਜਿਹੜੇ ਨੇ ਸਰੀਰ ਦੇ ਬਹੁਤ ਸਖਤ ਹੋ ਚੁੱਕੇ ਨੇ। ਸੇਵਾ ਕਰਦੇ ਆ, ਇੱਕ ਬਜ਼ੁਰਗੀ ਦੀ ਅਵਸਥਾ ਹੈ, ਦੂਜਾ ਸੇਵਾ ਕਰਦੇ ਆ, ਮੇਰੇ ਜਿਹੜੇ ਅੰਗ ਨੇ ਉਹ ਬਹੁਤ ਸਖਤ ਹੋ ਚੁੱਕੇ ਨੇ, ਕਿਤੇ ਤੁਹਾਡੇ ਚੋਟ ਤਾਂ ਨਹੀਂ ਆਈ। ਤੁਮ ਨਿਤ ਬੈਠੇ ਮ੍ਰਿਦ ਪਦ ਪੰਕਜ ਪੀੜਤ ਹੋਏ ਲਾਗ ਮਮ ਅੰਗ। ਤੇ ਆਪ ਜੀ ਬੈਠੇ ਰਹਿੰਦੇ ਹੋ, ਬੈਠੇ ਰਹਿਣ ਕਰਕੇ ਤੁਹਾਡੇ ਜਿਹੜੇ ਸਰੀਰ ਦੇ ਅੰਗ ਨੇ ਉਹ ਬੜੇ ਕੋਮਲ ਨੇ, ਤੇ ਕੋਮਲ ਅੰਗ ਹੋਣ ਕਰਕੇ ਤੁਹਾਡੇ ਸਰੀਰ ਤੇ ਕਿਤੇ ਚੋਟ ਤਾਂ ਨਹੀਂ ਆਈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਰੇ ਅਵਗਿਆ ਤੁਮ ਕੋ ਦੇਖੇ ਉਠਿਓ ਨਾ ਮੈਂ ਆਦਰ ਕੇ ਸੰਗ। ਕਹਿਣ ਲੱਗੇ ਮੇਰੇ ਕੋਲੋਂ ਬਹੁਤ ਵੱਡੀ ਅਵਗਿਆ ਹੋਈ, ਤੁਹਾਨੂੰ ਵੇਖ ਕੇ, ਤੁਸੀਂ ਗੁਰੂ ਸੁਪੁੱਤਰ ਸੀ, ਤੁਹਾਨੂੰ ਵੇਖ ਕੇ ਮੈਂ ਖੜਾ ਨਹੀਂ ਹੋਇਆ ਤੁਹਾਡੇ ਸਤਿਕਾਰ ਵਾਸਤੇ। ਇਹ ਮੇਰੇ ਕੋਲੋਂ ਬਹੁਤ ਵੱਡੀ ਅਵਗਿਆ ਹੋਈ, ਤਾਂ ਕਰਕੇ ਤੁਸੀਂ ਮੈਨੂੰ ਤਾੜਨਾ ਕੀਤੀ ਹੈ। ਯਥਾ ਜੋਗ ਤਾੜਨ ਕੇ ਮੁਝ ਕੋ ਗੁਰ ਕੇ ਨੰਦਨ ਬੁੱਧ ਉਤੰਗ। ਆਪ ਗੁਰੂ ਸੁਪੁੱਤਰ ਹੋ, हे श्रेष्ठ मत वाले, शुभ मत वाले गुरु की साहिबजादे जियो, ਆਪ ਜੀ ਨੇ ਮੇਰੀ ਇਹ ਅਵਗਿਆ ਵੇਖ ਕੇ ਮੈਨੂੰ ਤਾੜਨਾ ਕੀਤੀ ਹੈ। ਆਪ ਕਰੋ ਫੁਰਮਾਵਨ ਕੋ ਅਬ ਸੇਵਾ ਠਾਨੋ ਹਿਰਦੈ ਉਮੰਗ। ਤੇ ਹੁਣ ਆਪ ਜੀ ਕਿਰਪਾ ਕਰੋ, ਮੈਨੂੰ ਹੁਕਮ ਦੇਵੋ, ਮੈਂ ਆਪ ਜੀ ਦੇ ਹੁਕਮ ਦੇ ਮੁਤਾਬਕ ਹੀ ਹਿਰਦੇ ਅੰਦਰ ਖੁਸ਼ੀ ਦੇ ਸਹਿਤ ਆਪ ਜੀ ਦੀ ਸੇਵਾ ਕਰਾਂਗਾ, ਜਿਵੇਂ ਆਪ ਜੀ ਕਹੋਗੇ। ਮੈਂ ਗੁਰਦਾਸ ਗੁਰੂ ਸੁਤ ਹੋ ਤੁਮ ਗੁਰ ਸਮ ਲਖੋ ਆਪ ਕੋ ਨੀਤ। ਮੈਂ ਤਾਂ ਗੁਰੂ ਦਾ ਸੇਵਕ ਹਾਂ ਤੇ ਤੁਸੀਂ ਤਾਂ ਗੁਰੂ ਦੇ ਸੁਪੁੱਤਰ ਹੋ। ਗੁਰੂ ਅਮਰਦਾਸ ਪਾਤਸ਼ਾਹ ਜੀ ਸਾਡੇ ਗੁਰੂ ਨੇ, ਉਹਨਾਂ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ, ਤੇ ਆਪ ਤਾਂ ਗੁਰੂ ਸੁਪੁੱਤਰ ਹੋ, ਤੇ ਤੁਮ ਗੁਰ ਸਮ ਲਖੋ, ਮੈਂ ਆਪ ਜੀ ਨੂੰ ਵੀ ਗੁਰੂ ਦੇ ਸਮਾਨ ਹੀ ਜਾਣਦਾ ਹਾਂ। ਕ੍ਰੋਧ ਨਿਵਾਰ ਛਿਮੋਹ ਅਪਰਾਧੋ ਔਰ ਸਾਧੂ ਸੇਵਕ ਮਮ ਚੇਤ। ਤੇ ਇਸ ਕਰਕੇ ਆਪ ਜੀ ਆਪਣਾ ਕ੍ਰੋਧ ਦੂਰ ਕਰਕੇ, ਗੁੱਸਾ ਛੱਡ ਕੇ ਮੇਰੀ ਕੀਤੀ ਹੋਈ ਭੁੱਲ ਨੂੰ ਮੁਆਫ ਕਰ ਦਿਓ। ਆਪ ਵੱਡੇ ਸਾਧੂ ਹੋ, ਪਰਮੇਸ਼ਰ ਦੇ ਪਿਆਰੇ ਹੋ, ਸੇਵਕ ਮਮ ਚੀਤ,
ਤੇ ਮੈਨੂੰ ਆਪਣਾ ਸੇਵਕ ਜਾਣਨਾ ਕਰੋ। ਦਾਸਨ ਦਾਸ ਪਛਾਨੋ ਮੋਕੋ ਕੀਨ ਕਿਰਪਾਲ ਬਸਾਲ ਸੁਨੀਤ। ਤੇ ਆਪ ਜੀ ਮੈਨੂੰ ਦਾਸਾਂ ਦਾ ਦਾਸ ਜਾਣਨਾ ਕਰੋ ਤੇ ਦਾਸਾਂ ਦਾ ਦਾਸ ਜਾਣ ਕੇ ਸਦਾ ਸਾਡੇ ਤੇ ਕਿਰਪਾ ਕਰਦੇ ਰਹੋ। ਆਪਨ ਜਾਨ ਕੇ ਤਾੜਤ ਭੇ ਮੁਝ ਦੇਖ ਬੇਕਾਰਨ ਮਤ ਬਪਰੇਤ। ਆਪ ਜੀ ਦੀ ਅਵਗਿਆ ਹੋਈ ਹੈ ਮੇਰੇ ਕੋਲੋਂ, ਮੈਂ ਉੱਠ ਕੇ ਸਤਕਾਰ ਨਹੀਂ ਕੀਤਾ ਇਸ ਪ੍ਰਕਾਰ ਦੇ ਨਾਲ, ਤਾਂ ਕਰਕੇ ਤੁਸੀਂ ਤਾੜਨਾ ਕੀਤੀ ਹੈ। ਇਹ ਜਾਣ ਕਰਕੇ ਮੇਰੀ ਭੁੱਲ ਜਾਣ ਕੇ ਤੁਸੀਂ ਮੈਨੂੰ ਤਾੜਿਆ ਹੈ। ਮੈਂ ਸੁਨ ਕ੍ਰੋਧਤ ਬਾਕ ਕਹਿਓ ਤਬ ਭਲੋ ਆਪਨੋ ਇਸ ਮਹਿ ਜਾਨ। ਐਸੇ ਉਹਨਾਂ ਦੇ ਨਿਮਰਤਾ ਭਰੇ ਬੋਲ ਸੁਣ ਕੇ ਵੀ ਮੇਰਾ ਮਨ ਜਿਹੜਾ ਸੀ, ਹਿਰਦਾ ਜਿਹੜਾ ਸੀ, ਉਹ ਸ਼ਾਂਤ ਨਹੀਂ ਹੋਇਆ। ਹੋਰ ਕ੍ਰੋਧ ਵਿੱਚ ਆ ਕੇ ਮੈਂ ਬੋਲਿਆ, ਉਹਨਾਂ ਨੂੰ ਕਹਿਣ ਲੱਗਾ ਕਿ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ। ਨਾਰਨ ਅਚੰਬ ਦਖਾਏ ਦੰਬ ਕਿਓ ਮੋਕੋ ਨਹੀਂ ਸੁਹਾਏ ਮਹਾਨ। ਮੈਂ ਉਹਨਾਂ ਨੂੰ ਕ੍ਰੋਧ ਵਿੱਚ ਆ ਕੇ ਇਸ ਪ੍ਰਕਾਰ ਨਾਲ ਕਿਹਾ ਕਿ ਆ ਜਿਹੜਾ ਤੁਸੀਂ ਪਖੰਡ ਕਰਕੇ ਲੋਕਾਂ ਨੂੰ ਅਚੰਭਤ ਕਰਦੇ ਹੋ, ਇਹ ਮੈਨੂੰ ਚੰਗਾ ਨਹੀਂ ਲੱਗਿਆ। ਇਹ ਸਭ ਤਿਆਗ ਅਪਰਥਲ ਗਮਨੋ ਟਿਕੋ ਨਾ ਮੇਰੋ ਭਨਿਓ ਪਛਾਨ। ਤੇ ਇਸ ਕਰਕੇ ਤੁਸੀਂ ਹੁਣ ਮੇਰੀ ਕਹੀ ਹੋਈ ਗੱਲ ਨੂੰ ਜਾਣ ਲਵੋ ਤੇ ਇਹ ਜਿਹੜੀ ਜਗ੍ਹਾ ਇੱਥੋਂ ਛੱਡ ਕੇ ਕਿਤੇ ਹੋਰ ਚਲੇ ਜਾਓ, ਇੱਥੇ ਨਾ ਰਹੋ। ਛਲ ਸੋ ਮਮ ਪਿਤ ਕੀ ਕਰ ਸੇਵਾ ਗੁਰ ਤਾਲੀਨ ਗਰੇ ਬੈਠਾਨ। ਤੁਸੀਂ ਪਹਿਲਾਂ ਹੀ ਛਲ ਕਪਟ ਕਰਕੇ ਬੜੇ ਹਿਰਦੇ ਦੀ ਗਰੀਬੀ ਵਿਖਾ ਕੇ, ਨਿਮਰਤਾ ਵਿਖਾ ਕੇ, ਛਲ ਦੇ ਨਾਲ ਸਾਡੇ ਪਿਤਾ ਗੁਰੂ ਅੰਗਦ ਦੇਵ ਜੀ ਦੇ ਕੋਲੋਂ ਗੁਰਤਾ ਗੱਦੀ ਪ੍ਰਾਪਤ ਕਰ ਲਈ ਹੈ। ਮੋਹੇ ਪਿਤਾ ਕੋ ਭੋਰ ਸੁਭਾਉ ਛਲ ਚਤੁਰਤਾ ਲਖੇ ਨ ਤੋਹੇ। ਸਾਡੇ ਪਿਤਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਭੋਲਾ ਸੁਭਾਅ ਸੀ। ਉਹਨਾਂ ਨੇ ਤੁਹਾਡੀ ਇਸ ਚਤੁਰਾਈ ਨੂੰ, ਤੁਹਾਡੇ ਛਲ ਫਰੇਬ ਨੂੰ ਲਖਿਆ ਨਹੀਂ, ਉਹ ਭੋਲੇ ਸੁਭਾਅ ਦੇ ਸਨ। ਅਜਮਤ ਆਦਕ ਠਗ ਕਰ ਲਿਆ ਹੋ ਰਚਿਓ ਪਖੰਡ ਅਦਕ ਧਨ ਹੋਏ। ਆ ਜਿਹੜੀਆਂ ਸ਼ਕਤੀਆਂ ਤੁਸੀਂ ਧਾਰਨ ਕੀਤੀਆਂ ਨੇ, ਤਾਂ ਛਲ ਕਪਟ ਕਰਕੇ ਠੱਗ ਕੇ ਲਈਆਂ ਨੇ ਤੁਸੀਂ। ਇਹ ਤਾਂ ਠੱਗ ਕੇ ਤੁਸੀਂ ਪ੍ਰਾਪਤ ਕੀਤੀਆਂ ਨੇ ਤੇ ਹੋਰ ਧਨ ਪ੍ਰਾਪਤ ਕਰਨ ਦੇ ਲਈ ਸਾਰਾ ਆ ਪਖੰਡ ਕਰ ਰਹੇ ਹੋ। ਵਸਤ ਹਮਾਰੇ ਤੈ ਕੇ ਮਤਾਰੇ ਯਾਂਤੇ ਮੁਝ ਆਵਤ ਮਨ ਰੋਹੇ। ਵਸਤੂ ਸਾਡੀ ਹੈ, ਗੁਰਤਾ ਗੱਦੀ ਸਾਡੀ ਵਸਤੂ ਹੈ, ਸਾਡੇ ਕੋਲ ਆਉਣੀ ਸੀ ਤੇ ਤੈਂ ਕਿਮ ਧਾਰੀ, ਤੁਸੀਂ ਕਿਵੇਂ ਲੈ ਲਈ? ਇਹ ਸਾਰਾ ਕੁਝ ਵੇਖ ਕੇ ਮੇਰੇ ਮਨ ਅੰਦਰ ਬਹੁਤ ਗੁੱਸਾ ਆਉਂਦਾ ਹੈ। ਭਲੋ ਚਾਹੈ ਤੋ ਰਹੋ ਨਹੀਂ ਅਬ ਲਹੈ ਕਸ਼ਟ ਬਚ ਮਨ ਨ ਮੋਹੇ। ਤੇ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਫਿਰ ਮੇਰੀ ਗੱਲ ਮੰਨ ਲਓ, ਇੱਥੋਂ ਛੱਡ ਕੇ ਚਲੇ ਜਾਓ। ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਫਿਰ ਤੁਹਾਨੂੰ ਦੁੱਖ ਸਹਿਣਾ ਪਵੇਗਾ। ਸੁਨ ਕਠੋਰ ਬਾਣੀ ਅਸ ਮੇਰੇ ਸਰਲ ਹਿਰਦੈ ਬੋਲੇ ਹਿਤ ਠਾਨ। ਤੇ ਮੇਰੇ ਐਸੇ ਕਠੋਰ ਬੋਲ ਸੁਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਿਰ ਵੀ ਬੜੇ ਸਹਿਜ ਸੁਭਾਅ, ਬੜੇ ਮਿੱਠੇ ਬਚਨ ਬੋਲੇ, ਕਹਿਣ ਲੱਗੇ ਅਬ ਤੇ ਆਗੇ ਕਰੋ ਤਥਾ ਮੈਂ ਜਥਾ ਰਜਾਏ ਆਪ ਕੇ ਜਾਨ। ਕਹਿਣ ਲੱਗੇ ਮੈਂ ਆਪ ਜੀ ਦੀ ਜਿਵੇਂ ਰਜ਼ਾ ਹੋਵੇਗੀ ਉਸੇ ਰਜ਼ਾ ਦੇ ਅਨੁਸਾਰ ਹੀ ਕਰਾਂਗਾ, ਆਪ ਜੀ ਦੀ ਰਜ਼ਾ ਦੇ ਵਿੱਚ ਹੀ ਵਿਚਰਾਂਗਾ ਜਿਵੇਂ ਆਪ ਜੀ ਕਹੋਗੇ। ਦਾਸ ਤੁਮਾਰੋ ਕ੍ਰੋਧ ਨਿਵਾਰੋ ਮੁਝ ਪਰ ਹੋ ਪ੍ਰਸੰਨ ਮਹਾਨ। ਮੈਂ ਆਪ ਜੀ ਦਾ ਹੀ ਦਾਸ, ਆਪ ਜੀ ਦੇ ਘਰ ਦਾ, ਤੇ ਇਸ ਕਰਕੇ ਆਪਣਾ ਦਾਸ ਜਾਣ ਕੇ ਆਪਣਾ ਕ੍ਰੋਧ ਤਿਆਗ ਦੇਵੋ ਤੇ ਮੁਝ ਪਰ ਹੋਵੋ ਪ੍ਰਸੰਨ, ਸਾਡੇ ਤੇ ਪ੍ਰਸੰਨ ਹੋਣਾ ਕਰੋ। ਇਮ ਕਹੈ ਨਮੋ ਕਰੇ ਕਰ ਜੋਰੇ
ਕਵ ਸੰਤੋਖ ਸਿੰਘ ਕਰਤ ਬਖਾਨ। ਤੇ ਇਸ ਪ੍ਰਕਾਰ ਦੇ ਨਾਲ ਗੁਰੂ ਸੁਪੁੱਤਰ ਜਾਣਦਿਆਂ ਹੋਇਆਂ ਫਿਰ ਵੀ ਕੋਈ ਗੁਰੂ ਅਮਰਦਾਸ ਪਾਤਸ਼ਾਹ ਜੀ ਮਨ ਅੰਦਰ ਗੁੱਸਾ ਨਹੀਂ ਧਾਰਨ ਕੀਤਾ। ਬੜੇ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜ ਕੇ ਗੁਰੂ ਸੁਪੁੱਤਰ ਜਾਣ ਕੇ ਨਮਸਕਾਰ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਮੈਂ ਇੱਥੇ ਇਹ ਜਿਹੜਾ ਵਿਖਿਆਨ ਕੀਤਾ ਹੈ। ਤੋਹਰਾ ਨਿਸਾ ਪਰੇ ਆਸਨ ਆਪਨਾ ਗੁਰੂ ਬਿਰਾਜੇ ਜਾਏ। ਇੱਧਰ ਹੁਣ ਰਾਤ ਦਾ ਸਮਾਂ ਹੋ ਗਿਆ। ਰਾਤ ਦਾ ਸਮਾਂ ਹੋਣ ਕਰਕੇ ਆਰਾਮ ਕਰਨ ਦੇ ਲਈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਆਸਣ ਤੇ ਵਿਰਾਜਮਾਨ ਹੋਏ। ਕਿਸਮਤ ਗਮਨੇ ਅਪਰ ਨਰ ਸਿਰੇ ਗੁਰ ਧੰਨ ਸੁਹਾਏ। ਜਿੰਨੀਆਂ ਵੀ ਸਿੱਖ ਸੰਗਤਾਂ ਉਸ ਵੇਲੇ ਇਕੱਤਰ ਸਨ, ਸਾਰਿਆਂ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਐਸਾ ਨਿਮਰਤਾ ਵਾਲਾ ਸੁਭਾਅ ਵੇਖਿਆ। ਵੇਖ ਕੇ ਬਹੁਤ ਹੈਰਾਨ ਹੋਏ ਕਿ ਇੱਕ ਤਾਂ ਭਾਈ ਦਾਤੂ ਨੇ ਆ ਕੇ ਲੱਤ ਮਾਰੀ, ਉੱਪਰੋਂ ਬੜੇ ਕਠੋਰ ਸ਼ਬਦ ਬੋਲੇ, ਗਾਲੀ ਗਲੋਚ ਵੀ ਕੀਤੀ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਹਨ, ਜਿਨ੍ਹਾਂ ਨੇ ਉਹਨਾਂ ਦੀ ਕਹੀ ਹੋਈ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕੀਤਾ। ਉਹਨਾਂ ਵੱਲੋਂ ਮਾਰੀ ਹੋਈ ਲੱਤ ਦਾ ਕੋਈ ਗੁੱਸਾ ਮਨ ਅੰਦਰ ਧਾਰਨ ਨਹੀਂ ਕੀਤਾ। ਹੈਰਾਨ ਹੁੰਦੇ ਹੋਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਕਰਦੇ ਸਾਰੇ ਆਪੋ ਆਪਣੇ ਘਰਾਂ ਨੂੰ ਗਏ ਹਨ। ਸਾਨੇ ਛੰਦ ਅਰਧ ਨਿਸਮ ਹੈ ਸ੍ਰੀ ਗੁਰੂ ਘਰ ਤਿਆਗ ਚੱਲੇ ਹੈ। ਫਿਰ ਕਹਿੰਦੇ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ, ਧੰਨ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਾਰਾ ਬਿਰਤਾਂਤ ਤੋਂ ਸੁਣਾ ਰਹੇ ਨੇ। ਕਹਿਣ ਲੱਗੇ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ, ਅੱਧੀ ਰਾਤ ਦਾ ਸਮਾਂ ਜਾਣਦਿਆਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣਾ ਘਰ ਛੱਡ ਕੇ ਚਲੇ ਗਏ। ਗ੍ਰਹਣ ਕਰੇ ਨਹਿ ਵਸਤ ਕੁਛ ਨਹਿ ਕਿਸੋ ਮਿਲੇ ਹੈ। ਨਾ ਉਹਨਾਂ ਨੇ ਕੋਈ ਘਰ ਦੀ ਵਸਤੂ ਨਾਲ ਲਈ ਤੇ ਨਾ ਹੀ ਜਾਣ ਲੱਗਿਆ ਕਿਸੇ ਨੂੰ ਮਿਲੇ ਹਨ। ਪਨਹਿ ਬਿਨ ਪਗ ਕਮਲ ਤੇ ਮਾਰਗ ਪ੍ਰਸਥਾਨੇ। ਪੈਰਾਂ ਵਿੱਚ ਜੋੜਾ ਵੀ ਨਹੀਂ ਪਾਇਆ, ਚਰਨਾਂ ਦੇ ਵਿੱਚ ਜੋੜਾ ਵੀ ਨਹੀਂ, ਜੋੜਾ ਵੀ ਉਤਾਰ ਦਿੱਤਾ ਹੈ। ਨੰਗੀ ਪੈਰੀ ਹੀ ਸਤਿਗੁਰੂ ਪਾਤਸ਼ਾਹ ਜੀ ਚੱਲ ਪਏ ਹਨ। ਹਿਰਦੈ ਵਿਚਾਰਤ ਕਿਤ ਚੱਲ ਹੈ ਬੈਠ ਹੈ ਕਿਸ ਥਾਨੇ। ਤੇ ਘਰ ਤੋਂ ਨਿਕਲ ਕੇ ਤੁਰੇ ਜਾਂਦੇ ਮਨ ਦੇ ਵਿੱਚ ਵਿਚਾਰਦੇ ਨੇ ਕਿ ਕਿਤ ਚੱਲਾਂ, ਕਿੱਥੇ ਜਾਣਾ ਕਰੀਏ, ਬੈਠੇ ਕਿਸ ਥਾਨੇ, ਕਿਸ ਥਾਂ ਤੇ ਜਾ ਕੇ ਬੈਠੀਏ। ਮਾਨਵ ਮਿਲ ਹੈ ਨਾ ਆਨ ਜਹੈ ਨਹਿ ਛੁਟੈ ਧਿਆਨ। ਹੁਣ ਵੇਖ ਰਹੇ ਨੇ ਕੋਈ ਐਸੀ ਜਗ੍ਹਾ ਮਿਲੇ ਜਿੱਥੇ ਕੋਈ ਵੀ ਮਨੁੱਖ ਚੱਲ ਕੇ ਨਾ ਆਵੇ, ਨਾ ਆ ਕੇ ਕੋਈ ਬਚਨ ਕਰੇ, ਕਿਸੇ ਪ੍ਰਕਾਰ ਦਾ ਕੋਈ ਬੋਲ ਨਾ ਬੋਲੇ, ਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀ ਹੋਈ ਸੁਰਤ ਟੁੱਟੇ, ਧਿਆਨ ਨਾ ਟੁੱਟੇ। ਨਹਿ ਬੋਲ ਹੈ ਨਹਿ ਕਲ ਹੈ ਕਰ ਕੁਛ ਬਿਗਨ ਨ ਠਾਨਾ। ਤੇ ਨਾ ਤਾਂ ਕੋਈ ਉੱਥੇ ਆ ਕੇ ਕੋਈ ਮਨੁੱਖ ਬੋਲੇ, ਨਾ ਕਿਸੇ ਪ੍ਰਕਾਰ ਦਾ ਕੋਈ ਝਗੜਾ ਕਰੇ। ਇਸ ਪ੍ਰਕਾਰ ਦੇ ਨਾਲ ਭਗਤੀ ਕਰਨ ਵਿੱਚ ਜਿੱਥੇ ਕੋਈ ਵਿਘਨ ਨਾ ਪਵੇ। ਏਕਾ ਕੇ ਬੈਠੈ ਕਹੋ ਪ੍ਰਭ ਕੋ ਸਿਮਰੈ ਹੈ। ਕਿਤੇ ਇਕਾਂਤ ਜਗ੍ਹਾ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ। ਇਕਾਂਤ ਜਗ੍ਹਾ ਹੋਵੇ ਜਿੱਥੇ ਕੋਈ ਮਨੁੱਖ ਆਉਂਦਾ ਨਾ ਹੋਵੇ, ਜਿੱਥੇ ਕੋਈ ਬੋਲ ਕਿਸੇ ਦਾ ਸੁਣਦਾ ਨਾ ਹੋਵੇ, ਜਿੱਥੇ ਕੋਈ ਲੜਾਈ ਝਗੜਾ ਕਲੇਸ਼ ਨਾ ਹੋਵੇ। ਐਸੀ ਇਕਾਂਤ ਜਗ੍ਹਾ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੀਏ। ਵਹਿਰ ਉਪਾਦ ਅਨੇਕ ਹੋਇ ਇਕ ਰਸ ਬਿਸਰੈ ਹੈ। ਤੇ ਬਾਹਰ ਤਾਂ ਅਨੇਕਾਂ ਪ੍ਰਕਾਰ ਦੇ ਵਿਘਨ ਨੇ, ਤੇ ਜਦੋਂ ਇੱਕ ਰਸ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿੱਚ ਜੁੜਾਂਗੇ, ਇੱਕ ਰਸ ਜੁੜਿਆ ਹੋਇਆ, ਫਿਰ ਉਹ ਕਿਸੇ ਪ੍ਰਕਾਰ ਦੇ ਵਿਘਨ ਨਹੀਂ ਵਿਆਪਦੇ। ਏਵ ਵਿਚਾਰਤ ਚਲਤ ਮਗ ਬਾਸਰ ਕੇ ਗ੍ਰਾਮੋ। ਇਸ ਪ੍ਰਕਾਰ ਦੇ ਨਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ। ਮਨ ਵਿੱਚ ਵਿਚਾਰਦਿਆਂ ਹੋਇਆਂ
ਬਾਸਰ ਕੇ ਜੋ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪਣਾ ਨਗਰ ਸੀ, ਬਾਸਰ ਕੇ ਨਗਰ ਵਾਲੇ ਰਸਤੇ ਤੇ ਚੱਲ ਪਏ ਹਨ। ਆਏ ਪਹੁੰਚੇ ਛਨਕ ਮਹਿ ਦੇਖਿਓ ਇੱਕ ਧਾਮੋ। ਤੇ ਥੋੜੇ ਹੀ ਸਮੇਂ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਸਰ ਕੇ ਨਗਰ ਦੇ ਵਿੱਚ ਜਾ ਪਹੁੰਚੇ ਨੇ। ਨਗਰ ਤੋਂ ਬਾਹਰ ਇੱਕ ਸਤਿਗੁਰੂ ਪਾਤਸ਼ਾਹ ਜੀ ਨੇ ਖਾਲੀ ਘਰ ਵੇਖਿਆ ਹੈ। ਕੋਠਾ ਹਤੋ ਗੋਪਾਲ ਕੋ ਤਹ ਕੇ ਤਕ ਦੂਰੇ। ਕੁਝ ਦੂਰੀ ਤੇ ਇੱਕ ਕੋਠਾ ਵੇਖਿਆ, ਇੱਕ ਕਮਰਾ ਨਜ਼ਰ ਆਇਆ ਹੈ, ਜੋ ਇੱਕ ਗਊਆਂ ਚਾਰਨ ਵਾਲੇ ਗਵਾਲੇ ਦਾ ਕੋਠਾ ਸੀ। ਉਹ ਕੋਠੇ ਨੂੰ ਦੂਰੋਂ ਹੀ ਵੇਖਿਆ ਹੈ। ਤਿਸ ਕੋ ਦਰ ਮੂੰਦਨ ਕਰਿਓ ਲਿਖ ਕੇ ਬਿਦਰੂਰੇ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਉਸ ਕੋਠੇ ਦੇ ਵਿੱਚ ਪਹੁੰਚੇ ਨੇ। ਕੋਠੇ ਦੇ ਵਿੱਚ ਪਹੁੰਚ ਕੇ ਉਹ ਕੋਠੇ ਦਾ ਜਿਹੜਾ ਦਰਵਾਜ਼ਾ ਸੀ, ਉਸ ਦਰਵਾਜ਼ੇ ਦੇ ਉੱਤੇ ਬੜਾ ਸੋਹਣਾ ਸੁੰਦਰ ਜਿਹੜਾ ਸੀ ਉਹ ਲਿਖ ਕੇ ਲਾ ਦਿੱਤਾ ਤੇ ਦਰਵਾਜ਼ਾ ਜਿਹੜਾ ਸੀ ਉਹ ਘੁੱਟ ਕੇ ਬੰਦ ਕਰ ਲਿਆ। ਜੋ ਦਰ ਖੋਲ ਹੈ ਆਨ ਕੇ ਤਿਸ ਦੋਸ਼ ਲਗੈ ਹੈ। ਇਹ ਲਿਖਿਆ ਦਰਵਾਜ਼ੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਲਿਖਿਆ ਕਿ ਜਿਹੜਾ ਵੀ ਆ ਕੇ ਇਸ ਦਰਵਾਜ਼ੇ ਨੂੰ ਖੋਲੇਗਾ ਉਹਨੂੰ ਪਾਪ ਲੱਗੇਗਾ। ਨਹੀਂ ਸਿੱਖ ਤਿਸ ਕੇ ਨਾ ਗੁਰ ਨਹਿ ਸ੍ਰੇ ਪਗੈ ਹੈ। ਨਾ ਉਹ ਸਾਡਾ ਸਿੱਖ ਹੋਵੇਗਾ ਤੇ ਨਾ ਅਸੀਂ ਉਹਦੇ ਗੁਰੂ ਹੋਵਾਂਗੇ। ਜਿਹੜਾ ਸਾਡਾ ਇਹ ਬਚਨ ਨਹੀਂ ਮੰਨੇਗਾ, ਇਹ ਹੁਕਮ ਨਹੀਂ ਮੰਨੇਗਾ, ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਹਦੇ ਗੁਰੂ ਨਹੀਂ ਹੋਵਾਂਗੇ ਤੇ ਨਾ ਹੀ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਵਿਗਰ ਲੋਕ ਪਰਲੋਕ ਤਿਸ ਹਮ ਹੋਏ ਨਾ ਸਹਾਇ। ਸਾਡਾ ਹੁਕਮ ਨਾ ਮੰਨਣ ਵਾਲੇ ਦਾ ਲੋਕ ਤੇ ਪਰਲੋਕ ਵਿਗੜ ਜਾਵੇਗਾ ਤੇ ਜਦੋਂ ਉਹਦਾ ਲੋਕ ਤੇ ਪਰਲੋਕ ਵਿਗੜੇਗਾ ਅਸੀਂ ਵੀ ਕਿਸੇ ਪ੍ਰਕਾਰ ਦੀ ਉਹਦੀ ਕੋਈ ਸਹਾਇਤਾ ਨਹੀਂ ਕਰਾਂਗੇ। ਏ ਮਲਿਖ ਕੈ ਦਰ ਉਪਰੇ ਅੰਤਰ ਪ੍ਰਵਸਾਏ। ਹੁਣ ਇਸ ਪ੍ਰਕਾਰ ਦੇ ਨਾਲ ਉਸ ਦਰਵਾਜ਼ੇ ਦੇ ਉੱਤੇ ਲਿਖ ਦਿੱਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਇਹ ਲਿਖ ਕੇ ਉਸ ਕੋਠੇ ਦੇ ਅੰਦਰ ਕਮਰੇ ਦੇ ਅੰਦਰ ਪ੍ਰਵੇਸ਼ ਕਰ ਗਏ। ਤਿਸ ਕੋਠੇ ਮਹਿ ਛਪ ਗਏ ਪਦਮਾਸਨ ਕੀਨਾ। ਉਹ ਕੋਠੇ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਛਿਪ ਕੇ ਬੈਠ ਗਏ, ਪਦਮ ਆਸਨ ਲਾ ਕੇ ਸਮਾਧੀ ਦੇ ਵਿੱਚ ਲੀਨ ਹੋਏ ਹਨ। ਲੱਗੇ ਸਮਾਦ ਆਗਾਦ ਹੈ ਇਹ ਕਹਿ ਰਸ ਪੀਨਾ। ਤੇ ਸਤਿਗੁਰ ਪਾਤਸ਼ਾਹ ਜੀ ਜਦੋਂ ਪਦਮ ਆਸਨ ਲਾਇਆ ਹੈ, ਇੱਕ ਰਸ ਸਤਿਗੁਰੂ ਪਾਤਸ਼ਾਹ ਜੀ ਦੀ ਅਗਾਧ ਸਮਾਧੀ ਜਿਹੜੀ ਆ ਉਹ ਲੱਗ ਗਈ। ਗੋਇੰਦਵਾਲ ਪ੍ਰਭਾਤ ਭੇ ਤਹ ਗੁਰੂ ਨਾ ਪਾਇਓ। ਹੁਣ ਇੱਧਰ ਅੰਮ੍ਰਿਤ ਵੇਲਾ ਹੋ ਗਿਆ। ਕਿੱਥੇ ਤਾਂ ਅੰਮ੍ਰਿਤ ਵੇਲੇ ਹਰ ਰੋਜ਼ ਸਤਿਗੁਰੂ ਜੀ ਦੇ ਦੀਵਾਨ ਸਜਦੇ, ਸਿੱਖ ਸੰਗਤਾਂ ਪਹੁੰਚਦੀਆਂ, ਰਬਾਬੀ ਸਿੰਘ ਬਾਣੀ ਦਾ ਕੀਰਤਨ ਗਾਇਨ ਕਰਦੇ, ਰੌਣਕਾਂ ਲੱਗ ਜਾਂਦੀਆਂ ਅੰਮ੍ਰਿਤ ਵੇਲੇ। ਹੁਣ ਪ੍ਰਭਾਤ ਦਾ ਸਮਾਂ ਹੋਇਆ ਹੈ, ਅੰਮ੍ਰਿਤ ਵੇਲਾ ਹੋਇਆ ਹੈ, ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਸੇ ਨੂੰ ਉੱਥੇ ਨਜ਼ਰ ਨਹੀਂ ਆ ਰਹੇ। ਹੋ ਜਤ ਸਿੱਖ ਅਨੇਕ ਹੈ ਕਿਤੋਂ ਨਾ ਦਰਸਾਇਓ। ਹੁਣ ਜਿਹੜੀਆਂ ਸਿੱਖ ਸੰਗਤਾਂ ਸਨ, ਗੁਰੂ ਕੇ ਸਿੱਖ, ਉਹ ਗੁਰੂ ਦੀ ਭਾਲ ਕਰਨ ਲੱਗੀਆਂ। ਜਿਹੜੇ ਗੁਰੂ ਦੇ ਦੀਦਾਰ ਕੀਤੇ ਬਿਨਾਂ ਰਹਿ ਨਹੀਂ ਸਨ ਸਕਦੇ, ਜਿਹੜੇ ਅੰਮ੍ਰਿਤ ਵੇਲੇ ਜਾਣ ਕੇ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਪਹੁੰਚਦੇ ਸਨ, ਹੁਣ ਇੱਧਰ ਉੱਧਰ ਭਾਲ ਕਰਨ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ, ਪਰ ਕਿਤੋਂ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੋਏ। ਸ੍ਰੀ ਅਰਜਨ ਗੁਰ ਸਰੋਨ ਸੁਨ ਮੈਂ ਭਇਓ ਆਨੰਦੇ। ਤੇ ਹੁਣ ਭਾਈ ਦਾਤੂ ਜੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਦੋਂ ਮੈਂ ਆਪਣੇ ਕੰਨਾਂ ਦੇ ਨਾਲ ਇਹ ਸੁਣ ਲਿਆ ਨਾ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਛੱਡ ਕੇ ਚਲੇ ਗਏ ਨੇ, ਤੇ ਮੇਰੇ ਹਿਰਦੇ ਅੰਦਰ ਬੜਾ ਆਨੰਦ ਵਧਿਆ, ਮੈਂ ਬਹੁਤ ਖੁਸ਼ ਹੋਇਆ। ਸਭ ਵਸਤੂ ਧਨ ਆਦ ਜੇ ਕਰ ਆਪਨ ਬਲੰਦੇ। ਤੇ ਜਿੰਨੀਆਂ ਵਸਤੂਆਂ ਸਨ ਧਨ ਆਦਿਕ, ਉਹ ਮੈਂ ਸਾਰਾ ਕੁਝ ਆਪਣਾ ਜਾਣਿਆ। ਵਸਤਰ ਭੂਖਨ ਪਹਿਰ ਕੇ ਕਰ ਉਰ ਹੰਕਾਰਾ। ਬੜੇ ਸੋਹਣੇ ਵਸਤਰ ਉਹ ਪੁਸ਼ਾਕ ਤਨ ਤੇ ਧਾਰਨ ਕਰ ਲਈ,
ਗਹਿਣੇ ਧਾਰਨ ਕਰ ਲਏ ਤੇ ਬੜਾ ਹੰਕਾਰ ਹਿਰਦੇ ਅੰਦਰ ਧਾਰਨ ਕਰਕੇ ਮੈਂ ਗੁਰਤਾ ਗੱਦੀ ਸਮਝ ਕੇ ਬੈਠ ਗਿਆ ਕਿ ਮੈਂ ਗੁਰੂ ਬਣ ਬੈਠਾ ਹਾਂ। ਗਾਦੀ ਪਰ ਬੈਠਤ ਭਇਓ ਧਨ ਲੋਭ ਸੋ ਧਾਰਾ। ਮਨ ਦੇ ਅੰਦਰ ਧਨ ਦਾ ਲੋਭ ਰੱਖ ਕੇ ਮੈਂ ਗੁਰਤਾ ਗੱਦੀ ਤੇ ਬੈਠ ਗਿਆ ਕਿ ਹੁਣ ਮੇਰੇ ਕੋਲ ਬਹੁਤ ਧਨ ਆਵੇਗਾ। ਇਸ ਪ੍ਰਕਾਰ ਦੇ ਨਾਲ ਬੜਾ ਮਨ ਅੰਦਰ ਲੋਭ ਵਧਿਆ। ਕਰਤ ਰਹਿਓ ਪਰਤੇ ਖਾਨਾ ਕੋ ਆਏ ਨਾ ਪਾਸਾ। ਕਹਿਣ ਲੱਗਾ ਮੈਂ ਹੁਣ ਗੁਰਤਾ ਗੱਦੀ ਤੇ ਬੈਠ ਕੇ ਉਡੀਕ ਕਰਨ ਲੱਗਾ ਕਿ ਸ਼ਾਇਦ ਹੁਣ ਸਿੱਖ ਸੰਗਤਾਂ ਆਉਣਗੀਆਂ ਮੇਰੀ ਪੂਜਾ ਕਰਨਗੀਆਂ, ਪਰ ਕੋਈ ਵੀ ਮੇਰੇ ਕੋਲ ਚੱਲ ਕੇ ਨਾ ਆਇਆ। ਨਹੀਂ ਉਪਾਇ ਨ ਕਿਨ ਦਏ ਨਹਿ ਪੂਜੀ ਆਸਾ। ਤੇ ਨਾ ਕਿਸੇ ਨੇ ਲਿਆ ਕੇ ਮੈਨੂੰ ਕੋਈ ਭੇਟਾਵਾਂ ਅਰਪਣ ਕੀਤੀਆਂ, ਨਾ ਕਿਸੇ ਨੇ ਧਨ ਅਰਪਣ ਕੀਤਾ, ਤੇ ਨਾ ਹੀ ਕਿਸੇ ਦੀ ਕੋਈ ਮੇਰੇ ਕੋਲੋਂ ਆਸਾ ਪੂਰੀ ਹੋਈ। ਭੂਲਿਓ ਔਚਕ ਆਏ ਜੋ ਅਵਲੋਕ ਪਧਾਰੇ। ਤੇ ਜੇਕਰ ਕੋਈ ਭੁੱਲਿਆ ਚੁੱਕਿਆ ਆ ਵੀ ਜਾਂਦਾ ਤੇ ਮੈਨੂੰ ਦੇਖ ਕੇ ਉਸੇ ਵਕਤ ਵਾਪਸ ਚਲਾ ਜਾਂਦਾ। ਰੁਖ ਮਿਲਬੇ ਕੋ ਨਹਿ ਕਰੈ ਨਹਿ ਗੁਰੂ ਨਿਹਾਰੈ। ਤੇ ਜਦੋਂ ਉਹਨਾਂ ਨੂੰ ਗੁਰੂ ਦੇ ਦਰਸ਼ਨ ਨਾ ਹੁੰਦੇ ਤਾਂ ਉਸੇ ਵਕਤ ਉਹ ਆਪਣਾ ਰੁਖ ਬਦਲ ਦਿੰਦੇ, ਉੱਥੋਂ ਵਾਪਸ ਚਲੇ ਜਾਂਦੇ। ਗੁਣ ਬਹੀਨ ਪੂਜਾ ਕਹਾਂ ਵਿਦਿਆ ਬਿਨ ਮਾਨਾ। ਤੇ ਹੁਣ ਬਾਬਾ ਦਾਤੂ ਜੀ, ਭਾਈ ਦਾਤੂ ਜੀ ਕਹਿਣ ਲੱਗੇ ਕਿ ਮੈਂ ਮਨ ਅੰਦਰ ਵਿਚਾਰਿਆ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਜਦੋਂ ਮੇਰੇ ਕੋਲ ਕੋਈ ਨਾ ਚੱਲ ਕੇ ਆਇਆ, ਨਾ ਕਿਸੇ ਨੇ ਭੇਟਾ ਅਰਪਣ ਕੀਤੀ ਤੇ ਮੈਨੂੰ ਵੇਖ ਕੇ ਵਾਪਸ ਮੁੜ ਜਾਂਦੇ, ਤੇ ਫਿਰ ਮੈਂ ਇਉਂ ਵਿਚਾਰਿਆ ਗੁਣ ਵਿਹੀਨ ਪੂਜਾ ਕਹਾਂ ਕਿ ਗੁਣੋਂ ਤੋਂ ਬਿਨਾ ਜੇ ਜੀਵਨ ਅੰਦਰ ਉਹ ਗੁਣ ਨਹੀਂ ਤੇ ਗੁਣਾ ਤੋਂ ਬਿਨਾ ਕੋਈ ਪੂਜਾ ਨਹੀਂ ਕਰਦਾ। ਵਿਦਿਆ ਬਿਨ ਮਾਨਾ, ਤੇ ਵਿਦਿਆ ਤੋਂ ਬਿਨਾ ਕਾਹਦਾ ਮਾਨ ਕਰਨਾ। ਜੀਤ ਕਹਾਂ ਬਿਨ ਸੂਰਤਾ ਮਨ ਥਿਤ ਬਿਨ ਧਿਆਨਾ। ਤੇ ਸੂਰਮ ਗਤੀ ਤੋਂ ਬਿਨਾ ਜਿੱਤ ਕਾਹਦੀ, ਜੇ ਸੂਰਮਾ ਹੀ ਨਹੀਂ ਤੇ ਸੂਰਮੇ ਤੋਂ ਜੇ ਮਨ ਅੰਦਰ ਡਰਪੋਕ ਪੁਣੇ ਬਣਿਆ ਹੋਇਆ, ਸੂਰਮ ਗਤੀ ਹਿਰਦੇ ਅੰਦਰ ਹੈ ਹੀ ਨਹੀਂ ਤੇ ਜਿੱਤ ਵੀ ਪ੍ਰਾਪਤ ਨਹੀਂ ਹੋ ਸਕਦੀ। ਸੂਰਮ ਗਤੀ ਤੋਂ ਬਿਨਾ ਜਿੱਤ ਕਾਹਦੀ, ਤੇ ਮਨ ਥਿਤ ਬਿਨ ਧਿਆਨਾ, ਤੇ ਧਿਆਨ ਲਾਉਣ ਤੋਂ ਬਿਨਾ ਮਨ ਕਿਵੇਂ ਟਿਕ ਸਕਦਾ ਹੈ। ਬਿਨ ਸੰਤੋਖ ਔਰ ਸੁਖ ਕਹਾਂ ਤਪ ਬਿਨਾ ਨਾ ਰਾਜੂ। ਤੇ ਜੇ ਮਨ ਦੇ ਅੰਦਰ ਸੰਤੋਖ ਨਹੀਂ ਤੇ ਸੰਤੋਖ ਤੋਂ ਬਿਨਾ ਸੁਖ ਵੀ ਨਹੀਂ ਆ ਸਕਦਾ। ਜੇ ਸੰਤੋਖ ਨਹੀਂ ਹੈ ਜੀਵਨ ਅੰਦਰ ਤੇ ਸੰਤੋਖ ਤੋਂ ਬਿਨਾ ਸੁਖ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ, ਤੇ ਬਿਨਾ ਤਪ ਕੀਤਿਆਂ ਰਾਜ ਨਹੀਂ ਮਿਲ ਸਕਦਾ। ਜੇ ਤਪ ਹੀ ਨਹੀਂ ਕੀਤਾ ਤੇ ਰਾਜ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਗਿਆਨ ਕਹਾਂ ਬਿਨ ਸਤਿਗੁਰੂ ਸੋਭਾ ਬਿਨ ਲਾਜੂ। ਤੇ ਸਤਿਗੁਰੂ ਤੋਂ ਬਿਨਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਜੇ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਸਤਿਗੁਰੂ ਦਾ ਮਿਲਾਪ ਨਹੀਂ ਹੋਇਆ, ਸਤਿਗੁਰੂ ਤੋਂ ਬਿਨਾ ਗਿਆਨ ਨਹੀਂ ਮਿਲ ਸਕਦਾ, ਤੇ ਸ਼ਰਮ ਰੱਖਿਆ ਬਿਨਾ ਇੱਜ਼ਤ ਪ੍ਰਾਪਤ ਨਹੀਂ ਹੋ ਸਕਦੀ। ਬਿਨ ਜਹਾਜ ਤਰਬੋ ਕਹਾਂ ਸਾਗਰ ਅਸਗਾਹੋ। ਸਾਗਰ ਬਹੁਤ ਡੂੰਘਾ, ਐਸੇ ਸਾਗਰ ਨੂੰ ਬਿਨਾ ਜਹਾਜ਼ ਤੋਂ ਕੋਈ ਕਿਵੇਂ ਤਰ ਸਕਦਾ ਹੈ। ਬਿਨਾ ਜਹਾਜ਼ ਤੋਂ ਜਿਵੇਂ ਡੂੰਘਾ ਸਾਗਰ ਉਹ ਤਰਿਆ ਨਹੀਂ ਜਾ ਸਕਦਾ। ਭਗਤ ਕਹਾਂ ਬਿਨ ਪ੍ਰੇਮ ਕੇ ਪਗ ਪੰਕਜ ਮਾਹੋ। ਤੇ ਜੇ ਗੁਰੂ ਦੇ ਚਰਨਾਂ ਨਾਲ ਪਿਆਰ ਹੀ ਨਹੀਂ, ਗੁਰੂ ਦੇ ਚਰਨਾਂ ਨਾਲ ਪ੍ਰੇਮ ਹੀ ਨਹੀਂ ਬਣਿਆ, ਤੇ ਫਿਰ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਜੇ ਹਿਰਦੇ ਅੰਦਰ ਪ੍ਰੇਮ ਹੀ ਨਹੀਂ, ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜੇ ਗੁਰੂ ਦੇ ਚਰਨਾਂ ਨਾਲ ਪ੍ਰੇਮ ਹੀ ਨਹੀਂ ਬਣਿਆ ਤੇ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਕਵਿਤਾ ਬਿਨ ਕੀਰਤ ਕਹਾਂ ਜਸ ਬਿਨਾ ਨਦਾਨਾ। ਤੇ ਜੇ ਕਿਸੇ ਦੀ ਕੀਰਤੀ ਕਰਨੀ ਹੋਵੇ, ਸੋ ਜਸ ਕਰਨਾ ਹੋਵੇ,
ਕਵਿਤਾ ਲਿਖੇ ਬਿਨਾ ਕਿਸੇ ਦਾ ਸੁਜਸ ਨਹੀਂ ਹੋ ਸਕਦਾ, ਕਿਸੇ ਦੀ ਕੀਰਤੀ ਨਹੀਂ ਕੀਤੀ ਜਾ ਸਕਦੀ। ਤੇ ਜਸ ਬਿਨਾ ਨਾ ਦਾਨਾ, ਦਾਨ ਕੀਤੇ ਬਿਨਾ ਜਸ ਨਹੀਂ ਮਿਲ ਸਕਦਾ। ਕਿਉਂਕਿ ਜੇ ਕੋਈ ਦਾਨ ਕਰੇਗਾ ਤਾਂ ਹੀ ਲੋਕ ਉਹਦਾ ਜਸ ਕਰਨਗੇ, ਫਲਾਣਾ ਮਨੁੱਖ ਬੜਾ ਦਾਨੀ ਹੈ। ਤੇ ਇਸ ਪ੍ਰਕਾਰ ਦੇ ਨਾਲ ਦਾਨ ਕੀਤੇ ਬਿਨਾ ਜਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੁਕਤ ਕਹਾਂ ਬਿਨ ਪ੍ਰਭੂ ਕੇ, ਸੁਰ ਬਿਨਾ ਨ ਗਾਨਾ। ਤੇ ਮਨ ਅੰਦਰ ਵਿਚਾਰਿਆ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ ਮੁਕਤੀ ਕੀ ਨਹੀਂ ਮਿਲ ਸਕਦੀ। ਪ੍ਰਭੂ ਦੇ ਮਿਲਾਪ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਸੁਰ ਬਿਨਾ ਨਾ ਗਾਨਾ, ਤੇ ਜੇ ਸੁਰ ਹੀ ਨਹੀਂ ਆਉਂਦਾ, ਪਤਾ ਹੀ ਨਹੀਂ, ਤੇ ਬਿਨਾ ਸੁਰ ਤੋਂ ਫਿਰ ਗਾਇਆ ਨਹੀਂ ਜਾ ਸਕਦਾ। ਸਦ ਗੁਣ ਬਿਨਾ ਨ ਸ੍ਰੇ ਹੈ, ਸਰਦਾ ਬਿਨ ਸੇਵਾ। ਤੇ ਚੰਗੇ ਸ਼ੁਭ ਗੁਣਾ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ। ਜੇ ਸ਼ੁਭ ਗੁਣ ਹੀ ਨਹੀਂ ਜੀਵਨ ਅੰਦਰ, ਤੇ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਵੇਂ ਸ਼ੁਭ ਗੁਣਾ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ, ਸ਼ਰਧਾ ਬਿਨ ਸੇਵਾ, ਤੇ ਸੇਵਾ ਭਾਵੇਂ ਲੱਖ ਕਰੀ ਜਾਈਏ, ਮਨ ਅੰਦਰ ਜੇ ਸ਼ਰਧਾ ਹੀ ਨਹੀਂ ਬਣੀ, ਤੇ ਸ਼ਰਧਾ ਤੋਂ ਬਿਨਾ ਸੇਵਾ ਵੀ ਕਿਸੇ ਕੰਮ ਨਹੀਂ। ਜੇ ਸੇਵਾ ਕਰਨੀ ਹੈ ਤੇ ਫਿਰ ਮਨ ਅੰਦਰ ਸ਼ਰਧਾ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਸ਼ਰਧਾ ਤੋਂ ਬਿਨਾ ਵੀ ਸੇਵਾ ਕੀਤੀ ਨਹੀਂ ਜਾ ਸਕਦੀ। ਸਤਿਗੁਰੂ ਨੂੰ ਭਾਉਂਦੀ ਨਹੀਂ ਉਹ ਸੇਵਾ। ਮੰਤਰ ਸਿੱਧ ਬਿਨ ਜਪ ਕਹਾਂ, ਬਾਰ ਬਿਨਾ ਨ ਦੇਵਾ। ਤੇ ਜੇਕਰ ਮੰਤਰ ਸਿੱਧ ਬਿਨ ਜਪ ਕਹਾਂ, ਜੇ ਕੋਲ ਕੋਈ ਮੰਤਰ ਹੀ ਨਹੀਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਮੰਤਰ ਨੂੰ ਜਪਿਆ ਹੀ ਨਹੀਂ, ਤੇ ਸਿੱਧੀਆਂ ਕਿਵੇਂ ਆ ਸਕਦੀਆਂ ਨੇ? ਉਹ ਫਿਰ ਜਪ ਕਾਹਦਾ? ਵਰ ਬਿਨਾ ਨਾ ਦੇਵਾ, ਤੇ ਉਹ ਦੇਵਤਾ ਹੀ ਕਾਹਦਾ ਜਿਹੜਾ ਵਰ ਨਾ ਦੇਵੇ? ਜਿਹੜਾ ਕਿਸੇ ਨੂੰ ਵਰ ਹੀ ਨਾ ਦੇ ਸਕੇ, ਉਹ ਦੇਵਤਾ ਵੀ ਕਿਸੇ ਕੰਮ ਦਾ ਨਹੀਂ। ਬੈਨ ਸਿੱਖੇ ਤਰਬੋ ਕਹਾਂ, ਜਗ ਸਾਗਰ ਭਾਰਾ। ਤੇ ਬਿਨਾ ਸਿੱਖੀ ਧਾਰਨ ਕੀਤਿਆਂ, ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਿਆਂ, ਜਿਹੜਾ ਜਗ ਹੈ ਸਾਗਰ ਸੰਸਾਰ ਭਵਜਲ ਹੈ, ਜਿਹੜਾ ਬੜਾ ਕਠਨ ਹੈ, ਜਿਹਨੂੰ ਤਰਿਆ ਨਹੀਂ ਜਾ ਸਕਦਾ। ਗੁਰੂ ਦੀ ਸਿੱਖਿਆ ਧਾਰਨ ਕੀਤਿਆਂ ਬਿਨਾ ਇਹ ਜਗਤ ਜਿਹੜਾ ਸੰਸਾਰ ਸਾਗਰ ਹੈ, ਇਹਨੂੰ ਕੋਈ ਤਰ ਨਹੀਂ ਸਕਦਾ, ਬੜਾ ਭਾਰਾ ਇਹ ਸਾਗਰ ਹੈ। ਤੇ ਉਸ ਕਹਾਂ ਸੂਰਜ ਬਿਨਾ, ਮੈਂ ਏਵ ਵਿਚਾਰਾ। ਤੇ ਸੂਰਜ ਤੋਂ ਬਿਨਾ ਹਨੇਰਾ ਕਿਵੇਂ ਜਾ ਸਕਦਾ ਹੈ? ਇਸ ਤਰ੍ਹਾਂ ਦੇ ਨਾਲ ਮੈਂ ਆਪਣੇ ਮਨ ਅੰਦਰ ਵਿਚਾਰ ਕੀਤੀ। ਤੇ ਹੁਣ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਈ ਦਾਤੂ ਜੀ ਦੱਸ ਰਹੇ ਨੇ ਕਿ ਕਿਵੇਂ ਮੈਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਨਿਰਾਦਰ ਕੀਤਾ, ਤੇ ਕਿਸ ਪ੍ਰਕਾਰ ਨਾਲ ਫਿਰ ਅੱਗੇ ਮੈਨੂੰ ਦੁੱਖ ਮਿਲਿਆ। ਜੋ ਵਸਤਾਂ ਮੈਂ ਚੁਰਾ ਕੇ ਲਿਆਂਦੀਆਂ, ਉੱਥੋਂ ਲਿਆਂਦੀਆਂ ਸਨ, ਉਹ ਵੀ ਮੇਰੇ ਕੋਲੋਂ ਖੋਹ ਲਈਆਂ। ਤੇ ਜਿਹੜੀ ਲੱਤ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਾਰੀ ਸੀ, ਉਹਦੇ ਵਿੱਚ ਪੀੜਾ ਮੇਰੀ ਗਈ ਨਹੀਂ। ਉਹ ਪੀੜਾ ਨਾਲ ਮੈਂ ਬੜਾ ਵਿਆਕੁਲ ਰਿਹਾ। ਸਤਿਗੁਰੂ ਜੀ ਨੂੰ ਬੇਨਤੀ ਕਰਕੇ ਦੱਸ ਰਹੇ ਨੇ। ਅੱਗਾ ਆਪਾਂ ਅਗਲੇ ਦੇ ਪ੍ਰਕਰਨ ਅੰਦਰ ਸਰਵਣ ਕਰਾਂਗੇ। ਇੱਥੇ ਹੀ ਪ੍ਰਕਰਨ ਦੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ